ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰੋਜ਼ਾਨਾ ਜੀਵਨ ਵਿੱਚ ਮਾਣਦੀਆਂ ਨੇ। ਸਿੱਖ ਦੀ ਭਗਤੀ ਦਾ ਬੜਾ ਪਿਆਰਾ ਸਰੋਤ ਹੈ ਸਤਿਗੁਰ ਦੀ ਇਹ ਪਾਵਨ ਪਵਿੱਤਰ ਬਾਣੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਸੁਖਮਨੀ ਸਾਹਿਬ ਦੀ ਪਾਵਨ ਅੰਮ੍ਰਿਤ ਬਾਣੀ ਗੌੜੀ ਰਾਗ ਦੇ ਵਿੱਚ ਉਚਾਰਨ ਕੀਤੀ ਹੈ। 262 ਅੰਗ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਇਹਦੀ ਆਰੰਭਤਾ ਹੁੰਦੀ ਹੈ। 24 ਅਸ਼ਟਪਦੀਆਂ ਨੇ। ਇਹਨਾਂ ਵਿੱਚੋਂ ਗੁਰ ਅਸੀਸ ਗੁਰ ਕਿਰਪਾ ਦਾ ਸਦਕਾ 3 ਪਦੇ ਪਹਿਲੀ ਅਸ਼ਟਪਦੀ ਦੇ ਆਪਾਂ ਸਾਂਝੇ ਕੀਤੇ ਸਨ। ਰੋਜ਼ਾਨਾ ਪਾਠ ਆਪਾਂ ਇੱਕੋ ਪਦੇ ਦਾ ਕਰਿਆ ਕਰਾਂਗੇ ਤੇ ਵਿਚਾਰ ਰੂਪ ਅੰਦਰ ਜੋ ਵੀ 1 2 3 ਪਦੇ ਜਿੰਨੀ ਸਤਿਗੁਰੂ ਵਿਚਾਰ ਬਖਸ਼ਣ ਆਪਾਂ ਸਾਂਝੀ ਕਰਿਆ ਕਰਨੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਹਿਲੀ ਅਸ਼ਟਪਦੀ ਅੰਦਰ ਉਸ ਗੁਰਦੇਵ ਗੁਰੂਆਂ ਦੇ ਗੁਰੂ ਅਕਾਲ ਪੁਰਖ ਉਹਦੇ ਸਿਮਰਨ ਦੇ ਵਿੱਚ ਕਿਤਨੀ ਕੁ ਅਜ਼ਮਤ ਸਮਰੱਥਾ ਹੈ ਸਾਨੂੰ ਸਤਿਗੁਰੂ ਉਹ ਦ੍ਰਿੜ ਕਰਾ ਰਹੇ ਨੇ ਤਾਂ ਜੋ ਗੁਰੂ ਦੇ ਅੰਮ੍ਰਿਤ ਬੋਲ ਪੜ੍ਹ ਕੇ ਸੁਣ ਕੇ ਸਾਡੇ ਅੰਦਰ ਵੀ ਉਹ ਚਾਅ ਪੈਦਾ ਹੋ ਸਕੇ ਜੋ ਸਤਿਗੁਰੂ ਜੀ ਨੇ ਤੀਜੇ ਬੰਦ ਦੇ ਅਖੀਰ ਦੇ ਬੋਲ ਆਖੇ ਸਨ। ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋਂ ਪਾਏ। ਕਈ ਵਾਰ ਮਨੁੱਖ ਯਤਨ ਕਰਨਾ ਚਾਹੁੰਦਾ ਹੈ ਪਰ ਪ੍ਰਾਪਤੀ ਕੁਝ ਨਹੀਂ ਹੁੰਦੀ। ਤੋ ਸਾਹਿਬ ਕਹਿੰਦੇ ਇਕੱਲੇ ਸਾਡੇ ਯਤਨ ਨਹੀਂ, ਉਸ ਦੀ ਕਿਰਪਾ ਉਸ ਦੀ ਬਖਸ਼ਿਸ਼ ਵੀ ਜੀਵਨ ਵਿੱਚ ਬੜੀ ਜ਼ਰੂਰੀ ਚਾਹੀਦੀ ਹੈ। ਨਹੀਂ ਤੇ ਕਈ ਵਾਰ ਮਨੁੱਖ ਸੋਚਾਂ ਸੋਚਦੇ ਜ਼ਿੰਦਗੀ ਲੰਘਾ ਲੈਂਦਾ ਹੈ। ਸਿਮਰਿਆ ਵਾਹਿਗੁਰੂ ਉਹਨਾਂ ਨੇ ਜਿਨ੍ਹਾਂ ਨੂੰ ਤੂੰ ਆਪ ਯਾਦ ਬਖਸ਼ਦਾ ਹੈ। ਜਿਨ੍ਹਾਂ ਨੂੰ ਤੂੰ ਯਾਦ ਬਖਸ਼ੀ ਉਹ ਸਦੀਵੀ ਗੁਰਮੁਖ ਜਨ ਤੈਨੂੰ ਯਾਦ ਕਰਦੇ ਨੇ। ਜਿਨ੍ਹਾਂ ਦੇ ਚਰਨਾਂ ਵਿੱਚ ਗੁਰੂ ਨਾਨਕ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਨੇ ਮੈਂ ਲੱਗਣਾ ਚਾਹੁੰਦਾ। ਆਓ ਆਪਾਂ ਅੱਗੇ ਵਿਚਾਰ ਦੀ ਆਰੰਭਤਾ ਕਰੀਏ। ਪਿਆਰ ਸ਼ਰਧਾ ਵਿਰਾਗ ਨਾਲ ਸਾਰੇ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਉੱਚਾ ਸ਼ਬਦ ਬੜਾ ਸਾਨੂੰ ਪਿਆਰਾ ਲੱਗਦਾ ਹੈ। ਮੇਰਾ ਅਹੁਦਾ ਉੱਚਾ ਹੋਏ, ਮੇਰਾ ਪਰਿਵਾਰ ਉੱਚਾ ਹੋਏ, ਮੇਰਾ ਘਰ ਉੱਚਾ ਹੋਏ। ਕਈ ਰੂਪ ਦੇ ਅੰਦਰ ਮਨੁੱਖ ਇਹ ਚਾਹੁੰਦਾ ਹੈ ਪਰ ਕੋਈ ਭਾਗਾਂ ਵਾਲਾ ਇਹ ਵੀ ਚਾਹੁੰਦਾ ਹੈ ਮੇਰਾ ਕਿਰਦਾਰ ਵੀ ਉੱਚਾ ਹੋਏ। ਮੁਬਾਰਕ ਹੈ ਪਰਿਵਾਰ ਉੱਚਾ ਹੈ, ਮੁਬਾਰਕ ਹੈ ਅਹੁਦਾ ਉੱਚਾ ਹੈ, ਧਨ ਉੱਚਾ ਹੈ। ਪਰ ਮੇਰੇ ਸਾਹਿਬ ਨੇ ਆਖਿਆ ਕਈ ਵਾਰ ਬੰਦੇ ਕੋਲ ਇਹ ਚੀਜ਼ਾਂ ਤੇ ਉੱਚੀਆਂ ਨੇ। ਉੱਚੇ ਮੰਦਰ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਜੇ ਜੀਵਨ ਵਿੱਚ ਵਾਹਿਗੁਰੂ ਦਾ ਨਾਮ ਨਹੀਂ, ਸਾਹਿਬ ਕਹਿੰਦੇ ਤੂੰ ਉੱਚਾ ਹੋ ਕੇ ਵੀ ਉੱਚਾ ਨਹੀਂ ਹੈ। ਜਿੰਨਾ ਮਰਜ਼ੀ ਉੱਚਾ ਬਣ, ਜੇ ਜੀਵਨ ਅੰਦਰ ਵਾਹਿਗੁਰੂ ਦਾ ਸਿਮਰਨ ਹੈ। ਜਿਨ੍ਹਾਂ ਨੂੰ ਦੁਨੀਆ ਨੇ ਨੀਚੇ ਕਿਹਾ ਵੀ ਨੀਵੇਂ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਗੁਰਦੇਵ ਕਹਿੰਦੇ ਜਿਨ੍ਹਾਂ ਨੂੰ ਦੁਨੀਆ ਨੇ ਬਹੁਤ ਨੀਵੇਂ ਕਿਹਾ ਉਹਨਾਂ ਨੇ ਜਦੋਂ ਪ੍ਰਭ ਕਾ ਸਿਮਰਨ ਜੀਵਨ ਵਿੱਚ ਵਸਾਇਆ ਬਹੁਤ ਉੱਚੇ ਹੋ ਗਏ। ਇੱਕ ਲਿਸਟ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੀ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਭਗਤ ਨਾਮਦੇਵ ਜੀ ਜਿਹਨੂੰ ਲੋਕ ਕਹਿੰਦੇ ਸਨ ਇਹ ਉਹਦੀ ਅੱਧੀ ਕੌਡੀ ਦਾ ਛੀਂਬਾ ਹੈ। ਸਿਮਰਨ ਕਰਕੇ ਬਹੁਤ ਉੱਚਾ ਹੋ ਗਿਆ। ਭਗਤ ਕਬੀਰ ਜੀ ਬਹੁਤ ਉੱਚੇ ਹੋ ਗਏ। ਭਗਤ ਰਵਿਦਾਸ ਜੀ ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਤੋ ਮੇਰੇ ਸਾਹਿਬ ਜੀ ਨੇ ਦੱਸਿਆ ਵੀ ਜਿਨ੍ਹਾਂ ਨੂੰ ਲੋਕਾਂ ਨੇ ਨੀਵੇਂ ਕਿਹਾ ਸੀ ਪਰ ਉਹ ਬਹੁਤ ਉੱਚੇ ਹੋ ਗਏ। ਕਿਉਂ?
ਕਿਉਂਕਿ ਜਿੰਨਾ ਉੱਚਾ ਵਾਹਿਗੁਰੂ ਦਾ ਸਿਮਰਨ ਹੈ, ਉਹਨੂੰ ਧਿਆਉਣ ਵਾਲਾ, ਜਪਣ ਵਾਲਾ, ਉਹ ਵੀ ਅਤ ਸਤਿਕਾਰਯੋਗ ਬਣ ਜਾਂਦਾ ਹੈ। ਸੋ ਵੱਡੀ ਗੱਲ ਇਹ ਨਹੀਂ ਹੈ ਵੀ ਘਰ ਉੱਚਾ ਹੋਏ, ਪਦਵੀ ਉੱਚੀ ਹੋਏ, ਪੜ੍ਹਾਈ ਉੱਚੀ ਹੋਏ। ਵੱਡੀ ਗੱਲ ਹੈ, ਸਾਹਿਬ ਕਹਿੰਦੇ, ਕਿਰਦਾਰ ਉੱਚਾ ਹੋਏ, ਜੀਵਨ ਉੱਚਾ ਹੋਏ। ਅਸਲ ਉਹੀ ਉੱਚੇ ਨੇ, ਮਹਾਨ, ਸ੍ਰੇਸ਼ਟ ਨੇ, ਜਿਨ੍ਹਾਂ ਕੋਲ ਉੱਚੇ ਮਾਲਕ ਵਾਹਿਗੁਰੂ ਦੀ ਯਾਦ ਬੜੀ ਉੱਚੀ ਸੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਾਰਿਆਂ ਤੋਂ ਉੱਚਾ। ਜਿੰਨੇ ਵੀ ਧਰਮ ਦੇ ਕਰਮ ਨੇ, ਕੁਝ ਵੀ ਹੈ, ਸਭ ਤੋਂ ਉੱਚਾ ਹੈ ਮਾਲਕ ਵਾਹਿਗੁਰੂ ਦਾ ਸਿਮਰਨ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਮੂਚਾ ਦਾ ਅਰਥ ਹੈ ਬਹੁਤ ਜ਼ਿਆਦਾ। ਮੂਚਾ ਜ਼ਿਆਦੇ ਵਾਸਤੇ ਬਾਣੀ ਸ਼ਬਦ ਵਰਤਿਆ। ਸੋ ਮਾਲਕ ਦੇ ਸਿਮਰਨ ਵਿੱਚ ਕਿੰਨੇ ਉਦਰੇ ਦਾ ਅਰਥ ਹੈ ਉੱਪਰ ਉੱਠ ਗਏ, ਮਹਾਨ ਹੋ ਗਏ। ਕਿੰਨੇ ਰੱਬ ਦੇ ਪਿਆਰੇ ਮਹਾਨ ਹੋ ਨਿਬੜੇ ਮਾਲਕ ਵਾਹਿਗੁਰੂ ਦੇ ਸਿਮਰਨ ਦੇ ਕਾਰਨ। ਮੂਚਾ ਬਹੁਤ ਜ਼ਿਆਦਾ। ਕਿੰਨੇ ਭਗਤ ਜਨ, ਗੁਰਮੁਖ ਜਨ, ਜਿਨ੍ਹਾਂ ਨੇ ਉਸ ਰੱਬੀ ਯਾਦ ਦਾ ਜੀਵਨ ਵਿੱਚ ਸਹਾਰਾ ਲਿਆ, ਉਹ ਵੀ ਬਹੁਤ ਵੱਡੇ ਮਹਾਨ ਹੋਏ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਇੱਕ ਹੁੰਦਾ ਬੁਝੈ, ਕਿਸੇ ਗੱਲ ਨੂੰ ਬੁਝਣਾ। ਇੱਕ ਹੁੰਦਾ ਬੁਝ ਜਾਣਾ, ਜਿਵੇਂ ਅੱਗ ਬੁਝ ਗਈ। ਤੋ ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ, ਵਾਹਿਗੁਰੂ ਦੇ ਸਿਮਰਨ ਕਰਕੇ ਬੰਦੇ ਅੰਦਰੋਂ ਤ੍ਰਿਸ਼ਨਾ ਬੁਝ ਜਾਂਦੀ ਹੈ। ਤ੍ਰਿਸ਼ਨਾ ਐ ਪ੍ਰਿਆਪਤ ਦੀ ਪ੍ਰਾਪਤੀ। ਤ੍ਰਿਸ਼ਨਾ ਦਾ ਅਰਥ ਹੁੰਦਾ ਹੈ ਜੋ ਬੰਦੇ ਕੋਲ ਹੈ ਉਹ ਨਹੀਂ ਦਿਸ ਰਿਹਾ, ਜੋ ਨਹੀਂ ਹੈ ਉਹ ਦਿਸ ਰਿਹਾ। ਜੇ ਜੀਵਨ 'ਚ ਐਸਾ ਹੋ ਰਿਹਾ ਹੈ, ਸਮਝ ਲਓ ਜ਼ਿੰਦਗੀ ਨੂੰ ਤ੍ਰਿਸ਼ਨਾ ਲੱਗ ਗਈ ਹੈ। ਇੱਕ ਐਸਾ ਰੋਗ ਲੱਗ ਗਿਆ ਜਿਹਦੇ 'ਚੋਂ ਤ੍ਰਿਪਤੀ ਨਹੀਂ ਕਦੇ ਵੀ ਆਉਣੀ। ਜਿਵੇਂ ਕਿਸੇ, ਸਮਝ ਲਓ ਕਿਸੇ ਭਾਂਡੇ ਦਾ ਥੱਲਾ ਟੁੱਟ ਗਿਆ। ਹੁਣ ਥੱਲਾ ਟੁੱਟਾ ਹੋਇਆ, ਉਹਦੇ ਜੋ ਮਰਜ਼ੀ ਪਾਈ ਜਾਓ, ਪਾਈ ਜਾਓ, ਉਹ ਭਾਂਡੇ ਨੇ ਥੋੜ੍ਹਾ ਭਰਨਾ ਕਦੇ ਵੀ। ਸੋ ਜੇ ਐ ਪ੍ਰਿਆਪਤ ਦੀ ਪ੍ਰਾਪਤੀ 'ਚ ਲੱਗੇ ਆ, ਜੋ ਸਾਡਾ ਨਹੀਂ ਹੈ ਉਹਨੂੰ ਫੜਨਾ ਚਾਹੁੰਦੇ ਆ, ਜੋ ਨਹੀਂ ਹੈ ਬਾਰ-ਬਾਰ ਉਹ ਦਿਖਾਈ ਦੇ ਰਿਹਾ, ਇਹ ਤ੍ਰਿਸ਼ਨਾ ਹੈ। ਤੋ ਸਾਹਿਬ ਕਹਿੰਦੇ, ਜਿਨ੍ਹਾਂ ਨੇ ਰੱਬੀ ਯਾਦ ਦਾ ਸਹਾਰਾ ਲਿਆ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਉਹਨਾਂ ਦੀ ਤ੍ਰਿਸ਼ਨਾ ਬੁਝ ਗਈ। ਉਹਨਾਂ ਨੇ ਉਦਮ ਕੀਤਾ, ਰੋਟੀ ਕਮਾਈ ਹੈ, ਖਾਧੀ ਹੈ, ਹੋਰਾਂ ਨੂੰ ਖਵਾਈ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਆਪਣਾ ਬਿਜ਼ਨਸ ਕਰਨਾ, ਖੇਤੀ ਕਰਨੀ, ਕਾਰੋਬਾਰ ਕਰਨਾ, ਇਹ ਤ੍ਰਿਸ਼ਨਾ ਨਹੀਂ ਹੈ, ਇਹ ਸਾਡੀ ਕਿਰਤ ਹੈ। ਗੁਰੂ ਕਾ ਪਿਆਰਾ ਸਭ ਕੁਝ ਕਰਕੇ ਧਿਆਨ ਉਸ ਦਾਤੇ ਵੱਲ ਰੱਖਦਾ, ਜਿਸ ਦਾਤੇ ਨੇ ਰੋਜ਼ੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਤੋ ਵਾਹਿਗੁਰੂ ਦੇ ਸਿਮਰਨ ਵਿੱਚ ਤ੍ਰਿਸ਼ਨਾ ਬੁਝ ਜਾਂਦੀ ਹੈ, ਫਿਰ ਭਟਕਣਾ ਨਹੀਂ ਰਹਿੰਦੀ। ਗੁਰੂ ਅਰਜੁਨ ਦੇਵ ਸਾਹਿਬ ਜੀ ਕੋਲ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਨਗਰ ਵਸਾਇਆ, ਸ੍ਰੀ ਅੰਮ੍ਰਿਤਸਰ ਸਾਹਿਬ, ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਕੋਲ ਕੁਝ ਦੁਕਾਨਦਾਰ, ਵਪਾਰੀ ਲੋਕ ਪਹੁੰਚੇ। ਆ ਕੇ ਕਹਿਣ ਲੱਗੇ, ਸਤਿਗੁਰੂ, ਕਾਰੋਬਾਰ ਵਿੱਚ ਬਰਕਤ ਨਹੀਂ ਪੈ ਰਹੀ। ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ, ਕੀ ਕਰਦੇ ਹੋ? ਵਪਾਰੀ ਉਹ ਕਾਰੋਬਾਰੀ ਕਹਿਣ ਲੱਗੇ, ਸਤਿਗੁਰੂ, ਸਵੇਰੇ ਉੱਠਦੇ ਹਾਂ, ਦੁਕਾਨਾਂ ਖੋਲ੍ਹਦੇ ਹਾਂ, ਸਮਾਨ ਰੱਖਦੇ ਹਾਂ, ਲਿਆਉਂਦੇ ਹਾਂ, ਪਰ ਬਰਕਤ ਨਹੀਂ ਪੈਂਦੀ। ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ, ਤਾਂ ਹੀ ਨਹੀਂ ਪੈ ਰਹੀ ਕਿਉਂਕਿ ਸਮਾਨ ਲਿਆਉਂਦੇ ਹੋ, ਦੁਕਾਨਾਂ ਖੋਲ੍ਹਦੇ ਹੋ, ਦੁਕਾਨਾਂ 'ਤੇ ਬਹਿੰਦੇ ਹੋ, ਜਿਸ ਦਾਤੇ ਨੇ ਕਾਰੋਬਾਰ ਬਖਸ਼ਿਆ ਉਹਦਾ ਸ਼ੁਕਰਾਨਾ ਕਿਉਂ ਨਹੀਂ ਕਰਦੇ? ਤਾਂ ਨਹੀਂ ਬਰਕਤ ਪੈ ਰਹੀ। ਮੇਰੇ ਸਾਹਿਬ ਕਹਿੰਦੇ, ਫਿਰ ਉੱਠਿਓ ਅੰਮ੍ਰਿਤ ਵੇਲੇ, ਇਸ਼ਨਾਨ ਕਰਿਓ, ਆਸਾ ਕੀ ਵਾਰ ਸਾਹਿਬ ਕਹਿੰਦੇ ਸਰਵਣ ਕਰਿਓ, ਸੰਗਤ 'ਚ ਹਾਜ਼ਰ ਪਰਿਓ। ਜੀਵਨ ਵਿੱਚ ਬਰਕਤ ਕਿੱਦਾਂ, ਜੇ ਥੱਲਾ ਹੀ ਟੁੱਟਾ ਹੋਏ, ਤ੍ਰਿਸ਼ਨਾ ਵਾਲਾ ਕਿੱਦਾਂ ਰੱਜ ਸਕਦਾ? ਜਿੰਨੇ ਦਾਤੇ ਨੇ ਦਿੱਤਾ, ਵਰਤਾਇਆ, ਉਸ ਦਾਤੇ ਦਾ ਸ਼ੁਕਰਾਨਾ ਹੀ ਨਾ ਹੋਏ।
ਤੇ ਜਿੱਥੇ ਸਤਿਗੁਰ ਕਹਿੰਦੇ ਸ਼ੁਕਰਾਨਾ ਆ ਗਿਆ ਨਾ, ਫਿਰ ਉਹਦੇ ਜੀਵਨ ਤ੍ਰਿਸ਼ਨਾ ਨਹੀਂ ਰਹਿੰਦੀ, ਤਲਬ ਨਹੀਂ ਰਹਿੰਦੀ, ਉਹ ਮਰੂ ਮਰੂ ਨਹੀਂ ਕਰਦਾ। ਜਿਵੇਂ ਤੁਸੀਂ ਵੇਖਿਆ ਹੋਣਾ, ਕਈ ਬੰਦੇ ਸਭ ਕੁਝ ਹੈ, ਕਾਰੋਬਾਰ ਵੀ ਚੰਗਾ ਹੈ, ਘਰ-ਬਾਰ ਵੀ ਚੰਗਾ ਹੈ, ਫਿਰ ਉਹ ਮਰੂ ਮਰੂ ਕਰਦੇ ਨੇ। ਉਹ ਤ੍ਰਿਸ਼ਨਾ ਦੇ ਰੋਗ ਕਰਕੇ ਐਸਾ ਹੁੰਦਾ, ਜਿਵੇਂ ਰੋਗੀ ਕੋਈ ਰੋਗ ਲੱਗਾ ਹੋਏ ਹਾਏ ਹਾਏ ਕਰਦਾ। ਤੋ ਸਾਹਿਬ ਕਹਿੰਦੇ ਵਾਹਿਗੁਰੂ ਦਾ ਸਿਮਰਨ, ਰੱਬ ਦੀ ਯਾਦ ਜੀਵਨ 'ਚੋਂ ਤ੍ਰਿਸ਼ਨਾ ਦੇ ਰੋਗ ਨੂੰ ਸਾੜ ਦਿੰਦੀ ਹੈ, ਮੁਕਾ ਦਿੰਦੀ ਹੈ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਤ੍ਰਿਸ਼ਨਾ ਬੁਝ ਗਈ ਸਭ ਕੁਝ ਸੁੱਝ ਗਿਆ। ਜਿੰਨਾ ਚਿਰ ਤੱਕ ਤ੍ਰਿਸ਼ਨਾ ਸੀ, ਬੰਦਾ ਕਹਿੰਦਾ ਸੀ ਕੁਝ ਵੀ ਨਹੀਂ, ਮੇਰੇ ਕੋਲ ਕੁਝ ਹੈ ਹੀ ਨਹੀਂ, ਮੈਨੂੰ ਰੱਬ ਨੇ ਕੁਝ ਦਿੱਤਾ ਹੀ ਨਹੀਂ। ਜਦੋਂ ਜੀਵਨ ਵਿੱਚ ਸੰਤੋਖ ਸ਼ੁਕਰਾਨਾ ਆਇਆ, ਫਿਰ ਸਭ ਕੁਝ ਸੁੱਝਿਆ। ਫਿਰ ਬੰਦੇ ਨੂੰ ਸੁੱਝ ਜਾਂਦਾ ਹੈ ਵੀ ਆਹ ਵੀ ਤੇ ਰੱਬ ਨੇ ਦਿੱਤਾ, ਆਹ ਵੀ ਤੇ ਰੱਬ ਨੇ ਦਿੱਤਾ, ਆਹ ਵੀ ਤੇ ਰੱਬ ਨੇ ਦਿੱਤਾ, ਇਹ ਵੀ ਤੇ ਉਹਦੀ ਦਾਤ ਹੈ। ਫਿਰ ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਸਭ ਕੇ ਸੁੱਝੈ, ਸਭ ਕੁਝ ਸੁੱਝ ਗਿਆ, ਜਾਂ ਇਹ ਸੋਝੀ ਆ ਗਈ ਸਭ ਕੁਝ ਦੇ ਵਿੱਚ ਤੂੰ ਹੀ ਹੈ, ਤੇਰੇ ਕਰਕੇ ਹੀ ਸਭ ਕੁਝ ਹੈ ਜੀਵਨ ਦੇ ਅੰਦਰ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਵਾਹਿਗੁਰੂ ਦੇ ਸਿਮਰਨ ਵਿੱਚ ਜਮ ਦਾ ਤਰਾਸ ਨਹੀਂ। ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਅਣਾ ਛੁਟੈ ਨਿਕਟ ਨਾ ਜਾਏ ਹੋ ਦੂਤ। ਜਿੱਥੇ ਗੁਰੂ ਮਾਲਕ ਦਾ ਭਜਨ ਹੈ, ਉੱਥੇ ਫਿਰ ਜਮ ਤਰਾਸਾ ਨਹੀਂ ਰਹਿ ਜਾਂਦਾ। ਪ੍ਰਭ ਕੈ ਸਿਮਰਨ ਪੂਰਨ ਆਸਾ, ਵਾਹਿਗੁਰੂ ਦੇ ਸਿਮਰਨ ਵਿੱਚ ਸਾਰੀਆਂ ਆਸਾਵਾਂ ਪੂਰਨ ਨੇ। ਉਹਨੂੰ ਲੱਗਦਾ ਹੀ ਨਹੀਂ ਮੇਰੇ ਜੀਵਨ ਦੀ ਕੋਈ ਆਸ ਅਧੂਰੀ ਰਹਿ ਗਈ ਹੈ। ਉਹਨੂੰ ਫਿਰ ਕੋਈ ਪਿਆਸ ਰਹਿ ਹੀ ਨਹੀਂ ਜਾਂਦੀ, ਜਿਹਦੇ ਜੀਵਨ ਦੀ ਆਸ ਮਾਲਕ ਦੇ ਸਿਮਰਨ ਵਿੱਚ ਪੂਰੀ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬਾਰ-ਬਾਰ ਸਤਿਗੁਰਾਂ ਨੇ ਪ੍ਰਭ ਕੈ ਸਿਮਰਨ ਦਾ ਜ਼ਿਕਰ ਕੀਤਾ ਹੈ। ਕਿਉਂ? ਤਾਂ ਜੋ ਜੀਵਨ ਦੇ ਅੰਦਰ ਉਹ ਗੁਣ, ਉਹ ਪ੍ਰਭਾਵ ਵਰਤੇ। ਸਾਹਿਬ ਕਹਿੰਦੇ ਮਨ ਕੀ ਮਲ, ਇੱਕ ਹੁੰਦੀ ਆ ਤਨ ਦੀ ਮੈਲ, ਉਹ ਆਪਾਂ ਲਾ ਲਈ, ਉਹ ਨਹਾ ਲਿਆ, ਆਪਾਂ ਇਸ਼ਨਾਨ ਕਰ ਲਿਆ। ਸਫਾਈ ਸਰੀਰ ਨਾਲ ਸੰਬੰਧਿਤ ਹੈ, ਸੁੱਚ ਮਨ ਨਾਲ ਸੰਬੰਧਿਤ ਹੈ। ਸਰੀਰ ਦੀ ਸਫਾਈ ਬਾਹਰੋਂ ਪਾਣੀ ਨਾਲ ਕਰਦੇ ਹਾਂ, ਮਨ ਦੀ ਸੁੱਚ ਗੁਰੂ ਦੀ ਬਾਣੀ ਨਾਲ ਮਿਲਦੀ ਹੈ। ਇਹ ਦੋਨੋਂ ਕਰਮ ਨੇ, ਸਿੱਖ ਨੇ, ਤਾਂ ਹੀ ਆਪਾਂ ਬਚਨ ਪੜ੍ਹਦੇ ਹਾਂ ਨਾ ਗੁਰੂ ਰਾਮਦਾਸ ਸਾਹਿਬ ਜੀ ਦਾ। ਉੱਥੇ 2 ਇਸ਼ਨਾਨਾਂ ਦਾ ਜ਼ਿਕਰ ਕੀਤਾ ਸਾਹਿਬ ਨੇ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਪਹਿਲੋਂ ਸਰੀਰ ਦਾ ਇਸ਼ਨਾਨ ਕਰੇ, ਫਿਰ ਬਾਣੀ ਦੇ ਅੰਮ੍ਰਿਤ ਸਰੋਵਰ ਵਿੱਚ ਟੁੱਬੀ ਮਾਰੇ। ਸੋ ਤਨ ਦੀ ਸਫਾਈ ਵੀ ਜ਼ਰੂਰੀ ਹੈ, ਮਨ ਦੀ ਸੁੱਚ ਵੀ ਜ਼ਰੂਰੀ ਹੈ। ਤਨ ਕੀਤੇ ਹੋਏ ਸਾਫ਼ ਕੀ ਕਰਨਗੇ, ਜੇ ਮਨ 'ਚ ਸੋਚੀ ਨਹੀਂ ਸੁੱਚੇ। ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਤੋ ਮੇਰੇ ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਵਾਹਿਗੁਰੂ ਦੇ ਸਿਮਰਨ ਵਿੱਚ ਮਨ ਦੀ ਮੈਲ ਚਲੀ ਜਾਂਦੀ ਹੈ। ਉੱਥੇ ਕੋਈ ਈਰਖਾ ਨਹੀਂ, ਦਵੈਖ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਹੰਕਾਰ ਨਹੀਂ, ਵਾਸ਼ਨਾ ਨਹੀਂ। ਇਹਨਾਂ ਕਰਕੇ ਤੇ ਮਨ ਮੈਲਾ ਹੁੰਦਾ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਵਾਹਿਗੁਰੂ ਦਾ ਅੰਮ੍ਰਿਤ ਨਾਮ ਜਦੋਂ ਹਿਰਦੇ 'ਚ ਸਮਾ ਜਾਂਦਾ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਵਾਹਿਗੁਰੂ ਵਸਦਾ ਸਾਧ ਦੀ ਰਸਨਾ 'ਤੇ। ਜਿਹੜਾ ਸਾਧੂ ਹੈ ਜਾਂ ਗੁਰੂ ਹੈ ਜਾਂ ਗੁਰਮੁਖ ਹੈ, ਉਹਦੀ ਰਸਨਾ 'ਤੇ ਰੱਬ ਵਸਦਾ ਹੈ। ਦਾ ਅਰਥ ਹੈ ਉਹਦੀ ਰਸਨਾ 'ਤੇ ਰੱਬ ਦਾ ਹੀ ਸ਼ੁਕਰਾਨਾ, ਰੱਬ ਦੀ ਸਿਫਤ ਹੁੰਦੀ ਹੈ। ਰੱਬ ਦਾ ਵਸਣਾ, ਪਰਮਾਤਮਾ ਦੀ ਸਿਫਤ ਉਹਦੀ ਰਸਨਾ 'ਤੇ ਹਮੇਸ਼ਾ ਰਹੇਗੀ। ਕੈਸੇ ਵੀ ਹਾਲਾਤ ਹੋਣ, ਕੈਸਾ ਵੀ ਬਾਹਰ ਤੋਂ ਮਾਹੌਲ ਹੋਏ, ਉਹਦੀ ਰਸਨਾ 'ਤੇ ਰੱਬ ਵਸਦਾ ਹਮੇਸ਼ਾ। ਇੰਨਾ ਕੁ ਸੱਚ, ਇੰਨੀ ਕੁ ਵਡਿਆਈ ਹੈ ਉਹਦੇ ਸਿਮਰਨ ਦੇ ਅੰਦਰ। ਨਾਨਕ ਜਨ ਕਾ ਦਾਸਨ ਦਸਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ, ਜਨ ਦਾ ਅਰਥ ਹੁੰਦਾ ਹੈ ਦਾਸ, ਸੇਵਕ।
ਮੈਂ ਮਾਲਕ ਵਾਹਿਗੁਰੂ ਦੇ ਸੇਵਕਾਂ ਦਾ ਸੇਵਕ ਹਾਂ, ਤਾਂ ਜੋ ਉਹਨਾਂ ਦੀ ਛੋਹ 'ਚੋਂ ਮੈਨੂੰ ਵੀ ਪ੍ਰਭ ਕਾ ਸਿਮਰਨ ਉਹਦੀ ਦਾਤ ਮਿਲ ਜਾਏ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਧਨਵੰਤ ਸੰਸਾਰ ਤੇ ਉਹਨੂੰ ਹੀ ਕਹੇਗਾ ਜਿਹਦੇ ਕੋਲ ਛਿੱਲੜ ਨੇ ਧਨ ਹੈ। ਦੁਨੀਆ ਉਸ ਨੂੰ ਧਨਵੰਤ ਆਖਦੀ ਹੈ, ਪਰ ਮੇਰੇ ਸਾਹਿਬ ਕਹਿੰਦੇ ਜਿਹਦੇ ਕੋਲ ਆਤਮਿਕ ਧਨ ਹੈ ਉਹ ਧਨਵੰਤਾ ਹੈ। ਜਿਨ੍ਹਾਂ ਦੇ ਜੀਵਨ ਵਿੱਚ ਮਾਲਕ ਹਿਰਦੇ 'ਚ ਤੇਰੀ ਯਾਦ ਹੈ ਉਹ ਧਨਵੰਤਾ ਹੈ। ਗੁਰੂਦੇਵ ਦਾ ਆਪਾਂ ਬਚਨ ਪੜ੍ਹਦੇ ਸੁਣਦੇ ਹਾਂ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਮੇਰੇ ਸਾਹਿਬ ਕਹਿੰਦੇ ਵਾਹਿਗੁਰੂ ਮੈਨੂੰ ਲੱਗਦਾ ਹੈ ਜਿਨ੍ਹਾਂ ਕੋਲ ਕੱਲਾ ਧਨ ਹੈ ਉਹ ਤੇ ਫਕੀਰਾਂ ਵਰਗੇ ਨੇ, ਬੜੇ ਆਜ਼ਿਜ਼। ਜਿਨ੍ਹਾਂ ਦੇ ਹਿਰਦੇ 'ਚ ਤੂੰ ਵਸਦਾ ਬੜੇ ਅਮੀਰ ਨੇ, ਬੜੇ ਸ਼ਹਿਨਸ਼ਾਹ, ਬਹੁਤ ਬੇਪਰਵਾਹ ਉਹ ਰੱਬ ਦੇ ਜਨ ਪਿਆਰੇ। ਜਿਨ੍ਹਾਂ ਦੇ ਜੀਵਨ 'ਚ ਵਾਹਿਗੁਰੂ ਤੇਰੀ ਯਾਦ ਵਸਦੀ ਹੈ, ਪ੍ਰਭ ਕੋ ਸਿਮਰੈ ਸੇ ਧਨਵੰਤੇ। ਕਿਉਂਕਿ ਬਾਹਰ ਦਾ ਧਨ ਤੇ ਬੰਦੇ ਅੰਦਰ ਬਹੁਤ ਐਸਾ ਕੁਝ ਪੈਦਾ ਕਰ ਦਿੰਦਾ ਹੈ, ਜਿੱਥੇ ਬੰਦਾ ਟੁੱਟਦਾ ਟੁੱਟਦਾ ਟੁੱਟਦਾ, ਮੈਂ ਕਹਿੰਦਾ ਰੱਬ ਕੀ ਪਰਿਵਾਰ ਨਾਲੋਂ ਵੀ ਟੁੱਟ ਜਾਂਦਾ ਹੈ। ਬਹੁਤਾ ਧਨ ਆ ਗਿਆ, ਗਵਾਂਢੀ ਵਾਸਤੇ ਵੀ ਦਰਵਾਜ਼ਾ ਨਹੀਂ ਫਿਰ ਖੁੱਲ੍ਹਦਾ। ਉਸ ਸੰਸਾਰ 'ਚੋਂ ਰੱਬ ਨਾਲ ਤੇ ਕੀ ਜੁੜਨਾ ਹੈ, ਸੰਸਾਰ ਤੋਂ ਹੀ ਟੁੱਟ ਗਿਆ, ਉਹ ਸੁੰਗੜ ਗਿਆ, ਦਰਵਾਜ਼ੇ ਭੀੜੇ ਹੁੰਦੇ ਗਏ। ਜਿਨ੍ਹਾਂ ਕੋਲ ਨਾਮ ਧਨ ਆਉਂਦਾ ਹੈ ਉਹ ਫਿਰ ਵੰਡਣ ਤੁਰ ਪਏ। ਤਾਂ ਹੀ ਬਾਣੀ ਸਾਚਾ ਧਨ ਕਹਿੰਦੀ ਹੈ, ਜਿਹੜਾ ਵੰਡਿਆਂ ਵੱਧਦਾ ਹੈ, ਕਾਚਾ ਧਨ ਵੰਡਿਆਂ ਘਟ ਜਾਂਦਾ ਹੈ। ਤੋ ਮੇਰੇ ਸਾਹਿਬ ਕਹਿੰਦੇ ਸਾਚਾ ਧਨ ਹੈ, ਜਿਹੜੇ ਰੱਬ ਦੇ ਪਿਆਰਿਆਂ ਕੋਲ ਹੈ ਉਹ ਧਨਵੰਤੇ ਨੇ, ਉਹ ਫਿਰ ਵੰਡਣ ਤੁਰ ਪਏ। ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਤੇ ਬੜੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ, ਵਾਹਿਗੁਰੂ ਨੂੰ ਸਿਮਰਦੇ ਨੇ, ਸੇ ਜ਼ਿਆਦਾ ਵਸਦੇ ਹੈ ਬਾਣੀ 'ਚ। ਸੋ ਸ਼ਬਦ ਬਾਣੀ 'ਚ ਇੱਕ ਵਚਨ ਹੈ, ਸੇ ਸ਼ਬਦ ਬਹੁ ਵਚਨ ਵਾਸਤੇ ਹੁੰਦਾ। ਸੋ ਜਿਹੜੇ ਮਾਲਕ ਨੂੰ ਸਿਮਰਦੇ ਨੇ ਸੇ ਪਤਵੰਤੇ, ਪਤ ਦਾ ਅਰਥ ਹੈ ਇੱਜ਼ਤ, ਉਹਨਾਂ ਦੀ ਇੱਜ਼ਤ ਅੱਜ ਤੱਕ ਬਣੀ ਹੈ। ਜਿਨ੍ਹਾਂ ਨੇ ਸਿਮਰਿਆ ਉਹਨਾਂ ਦੀ ਪਤ ਹੈ, ਇੱਥੇ ਵੀ ਤੇ ਉੱਥੇ ਵੀ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਉਹ ਪਤਵੰਤੇ ਨੇ। ਅਸਲ ਪਤ ਹੈ ਹੀ ਉਹਨਾਂ ਕੋਲ ਰੱਬ ਦੇ ਗੁਰਮੁਖ ਜਨ ਪਿਆਰੇ ਸਨ, ਜਿਹੜੇ ਗੁਰਦੇਵ ਨੇ ਕਿਹਾ ਠੀਕ ਹੈ ਉਹਨਾਂ ਨੇ ਬਸਤਰ ਕੈਸੇ ਵੀ ਪਾਏ ਹੋਣ, ਬਹੁਤ ਕੀਮਤੀ ਪਾਏ ਹੋਣ, ਬਹੁਤ ਪਾਟੇ ਪਾਏ ਹੋਣ, ਧਣੀ ਵੀ ਹੋਣਾ ਪਾਟ ਪਟੰਬਰ, ਭਾਹੀ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਛੋਹਾਂ, ਨਾਨਕ ਤੈਸ਼ੈ ਨਾਲੇ। ਗੁਰਦੇਵ ਕਹਿੰਦੇ ਵਾਹਿਗੁਰੂ ਧਣੀ ਦਾ ਅਰਥ ਹੁੰਦਾ ਖਸਮ, ਗੁਜਰਾਤ ਦੀ ਬੋਲੀ, ਜਿਵੇਂ ਆਪਾਂ ਪਤੀ ਕਹਿ ਦਿੰਦੇ, ਓਨਰ ਕਹੀਏ। ਧਣੀ ਆਪਾਂ ਧਣੀ ਕਹਾਂਗੇ ਜਿਹਦੇ ਕੋਲ ਧਨ ਹੁੰਦਾ, ਪਰ ਇੱਥੇ ਧਣੀ ਦੇ ਅਰਥ ਨੇ ਖਸਮ, ਧਣੀ ਵੀ ਹੋਣਾ। ਮਾਲਕ ਵਾਹਿਗੁਰੂ ਤੋਂ ਸਖਣਾ, ਜਿਹੜਾ ਪਾਟ ਪਟੰਬਰ, ਬੰਦੇ ਨੇ ਰੇਸ਼ਮ ਦਾ ਵਸਤਰ ਪਾਇਆ ਹੋਵੇ। ਭਾਹੀ ਸੇਤੀ ਜਾਲੇ, ਸਾਹਿਬ ਕਹਿੰਦੇ ਮੇਰੀ ਨਜ਼ਰ ਉਹਨੂੰ ਸਾੜ ਦਿਓ ਭਾਈ। ਧੂੜੀ ਵਿੱਚ ਲੁਡੰਦੜੀ ਛੋਹਾਂ, ਹਾਂ ਘੱਟੇ 'ਚ ਤਨ ਭੜਿਆ ਹੋਏ, ਵਸਤਰ ਲੀਰਾਂ ਹੋਣ, ਨਾਨਕ ਤੈਸ਼ੈ ਨਾਲੇ, ਵਾਹਿਗੁਰੂ ਦਾ ਪਿਆਰ ਹੋਏ, ਮੁਬਾਰਕ ਨੇ ਉਹ ਲੀਰਾਂ ਵੀ। ਜਾਂ ਬਾਣੀ ਨੇ ਬਚਨ ਕਿਹਾ, ਭਗਤ ਜਨਾ ਕਾ ਲੂਗਰਾ, ਓਡ ਨਗਰ ਨਾ ਹੋਈ, ਸਾਕਤ ਸਿਰੋਂ ਪਾਓ ਰੇਸ਼ਮੀ, ਪੈਰਤ ਪਤ ਕੋਈ। ਸਿਰੋਂ ਪਾਓ ਦਾ ਅਰਥ ਹੈ ਉਹ ਕੀਮਤੀ ਪੁਸ਼ਾਕ ਜਿਹੜੇ ਬੰਦੇ ਨੇ ਆਪਣੇ ਤਨ ਤੇ ਪਾਈ ਹੋਈ ਹੈ, ਸਿਰ ਤੋਂ ਪੈਰ ਕੱਜੇ ਹੋਏ ਨੇ। ਸਾਕਤ ਦਾ ਕੀਮਤੀ ਸਿਰੋਂ ਪਾਓ ਵੀ ਉਹਦੀ ਪੱਤ ਨਹੀਂ ਬਚਾ ਸਕਿਆ। ਤੇ ਗੁਰਦੇਵ ਕਹਿੰਦੇ ਦੂਜੇ ਪਾਸੇ ਕਿਸੇ ਦੇ ਤਨ ਤੇ ਖੱਦਰ ਸੀ, ਤਾਂ ਵੀ ਉਹਦੀ ਪੱਤ ਨਹੀਂ ਕੋਈ ਲਾ ਸਕਿਆ, ਨਹੀਂ ਕੋਈ ਲਾ ਸਕਿਆ। ਸਾਕਤ ਸਿਰ ਪਾਓ ਰੇਸ਼ਮੀ, ਪੈਰਤ ਪਤ ਕੋਈ। ਰੱਬ ਦਾ ਪਿਆਰਾ ਪੱਤ ਬਣਾ ਲੈਂਦਾ ਹੈ, ਜਿਹੜੀ ਪੱਤ ਰੱਬੀ ਯਾਦ ਚੋਂ ਹੈ। ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ। ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ
ਉਹ ਜਨ ਪ੍ਰਵਾਨ ਨੇ ਜਿਨ੍ਹਾਂ ਦੀ ਵਿਆਖਿਆ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਕੀਤੀ ਹੈ। ਪਹਿਲੋਂ ਸੁਣਿਆਂ ਦੀਆਂ ਪੌੜੀਆਂ ਨੇ, ਫਿਰ ਮੰਨੇ ਦੀਆਂ ਪੌੜੀਆਂ ਨੇ। ਤੇ ਕੌਣ ਨੇ ਜਿਨ੍ਹਾਂ ਨੇ ਸੁਣ ਲਿਆ, ਸੁਣ ਕੇ ਮੰਨ ਲਿਆ। ਫਿਰ ਸਤਿਗੁਰ ਨੇ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾ ਮਾਨ, ਪੰਚੇ ਸੋਹੇ ਦਾਰਾ ਜਾਨ। ਫਿਰ ਸਤਿਗੁਰ ਨੇ ਉਹ ਪੰਜ ਪ੍ਰਵਾਨ ਹੋ ਗਏ, ਪ੍ਰਧਾਨ ਹੋ ਗਏ, ਜਿਨ੍ਹਾਂ ਨੇ ਪੂਰਨ ਤੌਰ 'ਤੇ ਉਸ ਨੂੰ ਜੀਵਨ ਵਿੱਚ ਕਬੂਲਿਆ। ਅਸੀਂ ਉਹਦੀਆਂ ਚੀਜ਼ਾਂ ਕਬੂਲਦੇ ਹਾਂ, ਜ਼ਿੰਦਗੀ 'ਚ ਕਈ ਵਾਰ ਉਹਨੂੰ ਨਹੀਂ ਕਬੂਲਦੇ। ਰੱਬ ਦੇ ਪਿਆਰਿਆਂ ਨੇ ਸੱਚ ਨੂੰ ਪੂਰਨ ਤੌਰ 'ਤੇ ਕਬੂਲਿਆ, ਉਹਦਾ ਹੋਣਾ ਜਿਸ ਰੂਪ ਦਾ ਵੀ ਹੈ। ਤੇ ਪ੍ਰਵਾਨ ਨੇ ਉਹ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ। ਵਾਹਿਗੁਰੂ ਨੂੰ ਸਿਮਰਦੇ ਨੇ ਉਹ ਜਨ ਪਿਆਰੇ ਪ੍ਰਵਾਨ ਨੇ, ਜਿੱਦਾਂ ਦੇ ਵੀ ਨੇ, ਜਿਹੜੀ ਵੀ ਕਿਰਤ ਕਰ ਰਹੇ ਨੇ, ਜਿੱਥੇ ਵੀ ਰਹਿ ਰਹੇ ਨੇ, ਉਹ ਪ੍ਰਵਾਨ ਨੇ ਉਸ ਮਾਲਕ ਵਾਹਿਗੁਰੂ ਦੇ ਕੋਲ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਜਿਹੜੇ ਮਾਲਕ ਵਾਹਿਗੁਰੂ ਨੂੰ ਸਿਮਰਦੇ ਨੇ ਉਹ ਪੁਰਖ ਪ੍ਰਧਾਨ ਦਾ ਅਰਥ ਹੈ ਸ੍ਰੇਸ਼ਟ, ਸਭ ਤੋਂ ਉੱਤਮ ਪਦਵੀ ਹੈ ਉਹਨਾਂ ਦੀ। ਦੁਨੀਆ 'ਚ ਕੋਈ ਐਸੀ ਪਦਵੀ ਨਹੀਂ ਹੈ, ਕੋਈ ਰਾਜਨੀਤਿਕ ਤੌਰ 'ਤੇ, ਕੋਈ ਵਿਦਿਅਕ ਤੌਰ 'ਤੇ, ਕੋਈ ਬਿਜ਼ਨਸ ਦੇ ਤੌਰ 'ਤੇ, ਜਿਹੜੀ ਪਦਵੀ ਰੱਬ ਦੇ ਪਿਆਰੇ ਭਗਤ ਜਨਾਂ ਦੀ ਹੁੰਦੀ ਹੈ। ਪੰਡਤ ਸੂਰ ਛਤਰਪਤ ਦਾਤਾ ਭਗਤ ਬਰਾਬਰ ਔਰ ਨਾ ਕੋਈ। ਪ੍ਰਧਾਨ ਕੌਣ ਨੇ? ਰੱਬ ਦੇ ਭਗਤ। ਸ਼੍ਰੋਮਣੀ ਕੌਣ ਨੇ? ਜਿਨ੍ਹਾਂ ਨੇ ਉਸ ਸ਼੍ਰੋਮਣੀ ਮਾਲਕ ਨੂੰ ਸਿਮਰਿਆ ਹੈ। ਤੇ ਦੁਨੀਆ 'ਚ ਪੰਡਤ ਹੋਣਗੇ, ਰਾਜੇ ਹੋਣਗੇ, ਕੁਝ ਵੀ ਹੋਏ, ਸਾਹਿਬ ਕਹਿੰਦੇ ਭਗਤ ਬਰਾਬਰ ਔਰ ਨਾ ਕੋਈ। ਜਿਹੜੇ ਭਗਤੀ ਦੇ ਪਿਆਰ ਵਿੱਚ ਰੰਗੇ ਹੋਏ ਨੇ ਨਾ, ਉਹਨਾਂ ਤੋਂ ਵੱਡਾ ਕੋਈ ਨਹੀਂ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਉਹ ਸ੍ਰੇਸ਼ਟ ਨੇ, ਉਹ ਦੁਨੀਆ ਦੀ ਅਗਵਾਈ ਕਰਨ ਯੋਗ ਨੇ। ਉਹ ਗੱਲ ਵੱਖਰੀ, ਦੁਨੀਆ ਉਹਨਾਂ ਨੂੰ ਅੱਗੇ ਨਹੀਂ ਲਾਉਂਦੀ। ਕਿੰਨੇ ਪੁੱਛਿਆ ਸੀ ਭਗਤ ਕਬੀਰ ਨੂੰ, ਲੋਕ ਤੇ ਕਹਿੰਦੇ ਸੀ ਇਹ ਕਮਲਾ ਹੈ। ਲੋਕ ਕਹੈ ਕਬੀਰ ਬੋਰਾਨਾ, ਉਹਨਾਂ ਨੇ ਬਾਣੀ ਜ਼ਿਕਰ ਕੀਤਾ। ਉਹ ਦੁਨੀਆ ਦੀ ਅਗਵਾਈ ਕਰਨ ਯੋਗ ਹੁੰਦੇ ਨੇ, ਪਰ ਸਾਡਾ ਜਿਹੜਾ ਦੋ ਵਿਧਾਨ ਨੇ, ਇੱਕ ਸਿਲੈਕਸ਼ਨ, ਇੱਕ ਇਲੈਕਸ਼ਨ। ਮੇਰੇ ਗੁਰਦੇਵ ਕਹਿੰਦੇ ਉਹਨਾਂ ਨੂੰ ਨਾ ਕਿਸੇ ਇਲੈਕਸ਼ਨ ਦੀ ਲੋੜ ਹੈ, ਨਾ ਕਿਸੇ ਸਿਲੈਕਸ਼ਨ ਦੀ ਲੋੜ ਹੈ। ਜਿਹੜੇ ਮਾਲਕ ਨੇ ਪ੍ਰਵਾਨ ਕੀਤੇ ਉਹ ਵਾਕਈ ਸ੍ਰੇਸ਼ਟ ਪ੍ਰਧਾਨ ਨੇ। ਨਹੀਂ ਤੇ ਹਾਮੀ ਨਹੀਂ ਭਰੀ ਲੋਕਾਂ ਨੇ ਭਗਤਾਂ ਦੀ। ਜਿੱਥੇ ਭਗਤ ਕਬੀਰ ਜੀ ਨੇ ਆਖਿਆ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਕਿੰਨੇ ਕੁ ਮੇਰੇ ਨਾਲ ਤੁਰੇ ਨੇ। ਸੋ ਜਿਹੜੇ ਮਾਲਕ ਨੂੰ ਸਿਮਰਦੇ ਨੇ, ਰੱਬੀ ਯਾਦ ਵਾਲੇ, ਉਹ ਦੁਨੀਆ ਦੀ ਅਗਵਾਈ ਕਰਨ ਯੋਗ ਹੁੰਦੇ ਨੇ। ਪਰ ਕੀ ਕਰੀਏ, ਭੀੜ ਮੰਨਦੀ ਨਹੀਂ। ਭੀੜ ਚਾਹੁੰਦੀ ਹੈ ਵੀ ਸਾਡੇ ਵਰਗੇ ਹੁਣ ਭੁੱਕੀ ਵੇਚਣ ਵਾਲੇ, ਦਾਰੂ ਦੀਆਂ ਬੋਤਲਾਂ ਵਾਲੇ ਹੋਣ। ਕੱਲ ਮੈਂ ਬੇਨਤੀ ਕਰ ਰਿਹਾ ਸਾਂ, ਨਨਕਾਣਾ ਸਾਹਿਬ ਦਾ ਸਾਕਾ ਮਹੰਤ ਨਰੈਣੂ ਕੀ ਕਰਦਾ ਸੀ, ਉਹ ਕਿੰਨਾ ਕੁਝ ਨਸ਼ੇ, ਕੀ ਕੁਝ ਵਰਤਦਾ ਸੀ। ਤੇ ਮੈਂ ਕਹਿੰਦਾ ਅੱਜ ਵੀ ਜਿਹੜੇ ਕੀ ਵਰਤਦੇ ਨੇ, ਨਸ਼ਾ ਵਰਤਾਉਂਦੇ ਨੇ ਕਿਸੇ ਪਦਵੀ ਵਾਸਤੇ, ਤੇ ਸੱਚ ਜਾਣਿਓ ਫਿਰ ਉਹ ਨਰੈਣੂ ਦੇ ਹੀ ਵਾਰਸ ਬਣੇ ਨਾ, ਗੁਰੂ ਨਾਨਕ ਦੇ ਥੋੜ੍ਹਾ ਬਣੇ, ਜਿਨ੍ਹਾਂ ਨੇ ਉਸ ਪਾਸੇ ਵਾਲੇ ਮਾਰਗ ਚੁਣ ਲਏ। ਸੋ ਜਿੱਥੇ ਹੁਣ ਭੀੜ ਮੰਨਦੀ ਨਹੀਂ, ਜਿਹੜੇ ਭਗਤ ਨੇ ਅਗਵਾਈ ਕਰਨ ਯੋਗ ਨੇ, ਗੁਰਮੁਖ ਅਗਵਾਈ ਕਰਨ ਯੋਗ ਨੇ। ਪਰ ਸਾਹਿਬ ਕਹਿੰਦੇ ਮੁਸ਼ਕਿਲ ਇਹ ਹੈ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਭੀੜ ਮੰਨਦੀ ਨਹੀਂ ਤੇ ਰੱਬ ਦੇ ਪਿਆਰੇ ਭੀੜ ਦਾ ਹਿੱਸਾ ਨਹੀਂ ਹੁੰਦੇ, ਬਸ ਮੁਸ਼ਕਿਲ ਇਹ ਹੈ। ਪਰ ਸ੍ਰੇਸ਼ਟ ਨੇ ਸਾਹਿਬ ਕਹਿੰਦੇ। ਅਸਲ ਵੱਡਾ ਮਹਾਨ ਉਹੀ ਹੈ ਜਿਹਦੇ ਕੋਲ ਰੱਬ ਦੀ ਭਗਤੀ ਹੈ, ਉਹਦੀ ਯਾਦ ਹੈ। ਪ੍ਰਭ ਕੋ ਸਿਮਰੈ, ਜਿਹੜੇ ਮਾਲਕ ਵਾਹਿਗੁਰੂ ਕਾਲ ਪੁਰਖ ਨੂੰ ਸਿਮਰਦੇ ਨੇ, ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਉਹਨਾਂ ਨੂੰ ਮੁਹਤਾਜੀ ਨਹੀਂ ਕਿਸੇ ਦੀ। ਉਹ ਰੰਗ ਹਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ। ਬਾਜ ਸੱਚੇ ਨਾ ਵਾਹਿਗੁਰੂ ਕੋਈ ਨਹੀਂ, ਅੱਜ ਦੋ ਦੇ ਦਿੱਤੀਆਂ, ਅੱਜ ਜਿੰਨਾ ਬਖਸ਼ਿਆ ਤੇਰਾ ਸ਼ੁਕਰਾਨਾ ਹੈ। ਉਹਨਾਂ ਦੇ ਜੀਵਨ ਦੇ ਅੰਦਰ ਮੇਰੇ ਸਾਹਿਬ ਕਹਿੰਦੇ
ਮੁਹਤਾਜੀ ਆ ਜਾਂਦੀ ਹੈ, ਉਹ ਕਿਸੇ ਦੀ ਮੁਤਾਜੀ ਨਹੀਂ ਰੱਖਦੇ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜਿਹੜੇ ਵਾਹਿਗੁਰੂ ਨੂੰ ਸਿਮਰਦੇ, ਉਹਦੀ ਯਾਦ ਵਿੱਚ ਜੁੜੇ ਹੋਏ। ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਉਹ ਰਾਜੇ ਨੇ ਵਾਕਿਆ ਹੀ। ਉਹ ਦੁਨੀਆ ਨੂੰ ਸ਼ਾਇਦ ਭੁਲੇਖਾ ਹੈ ਵੀ ਰਾਜਾ ਕੋਈ ਖਾਸ ਪਦਵੀ ਵਾਲਾ ਹੋਏ। ਰਾਜਾ ਸਤਿਗੁਰ ਕਹਿੰਦੇ ਵੈਸੇ ਰਾਜਾ ਸ਼ਬਦ ਰੱਬ ਵਾਸਤੇ ਸੀ ਪਹਿਲੋਂ, ਰਾਜਾ ਦਾ ਅਰਥ ਹੈ ਰੱਜਿਆ ਹੋਇਆ। ਤੇ ਅੱਜ ਦੇ ਰਾਜਿਆਂ ਦੀਆਂ ਤੇ ਨੀਤਾਂ ਨਹੀਂ ਭਰੀਆਂ, ਉਹ ਲੁੱਟ ਕੇ ਖਾ ਗਏ ਸਾਰਾ ਦੇਸ਼, ਆਪਾਂ ਉਹਨਾਂ ਨੂੰ ਰਾਜੇ ਕਹਿੰਦੇ। ਰਾਜਾ ਹੈ, ਰਾਜਾ ਸ਼ਬਦ ਬਣਦਾ ਰੱਜ ਤੋਂ, ਜਿੱਥੇ ਰੱਜ ਆ ਗਿਆ ਉਹ ਰਾਜਾ ਹੈ। ਪਰ ਜਿਹੜੇ ਸਾਹਿਬ ਕਹਿੰਦੇ ਪਦਾਰਥਾਂ ਕਰਕੇ, ਕਿਸੇ ਪਦਵੀ ਕਰਕੇ ਰਾਜੇ ਬਣੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਉੱਥੇ ਦੁਖੀ ਦੁੱਖ ਨੇ, ਕਿੰਨੇ ਪਰੇਸ਼ਾਨ ਨੇ। ਜਿਹੜਾ ਰੱਜ ਗਿਆ ਅਸਲ ਉਹ ਰਾਜਾ ਹੈ, ਰੱਬ ਦਾ ਪਿਆਰਾ ਭਗਤ ਜਨ। ਰਜੇਵਾਂ ਸਾਹਿਬ ਕਹਿੰਦੇ ਵਾਹਿਗੁਰੂ ਤੇਰੇ ਸਿਮਰਨ ਚੋਂ ਪੈਦਾ ਹੁੰਦਾ ਹੈ। ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਉਹਨਾਂ ਦਾ ਰਾਜ ਸਦਾ ਕਾਇਮ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ। ਭਗਤ ਰਵਿਦਾਸ ਜੀ ਕਹਿ ਰਹੇ ਨੇ ਉਹਨਾਂ ਦੀ ਪਾਤਸ਼ਾਹੀ ਸਦਾ ਕਾਇਮ ਰਹਿੰਦੀ ਹੈ। ਦੋ ਮਨਾ ਛੇਮ ਏਕ ਸੁਆਹੀ, ਉੱਥੇ ਕੋਈ ਦਵੈਤ ਨਹੀਂ। ਤੋ ਮੇਰੇ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਪ੍ਰਭ ਕੋ ਸਿਮਰੈ ਸੇ ਸੁਖ ਵਾਸੀ। ਜਿਹੜੇ ਮਾਲਕ ਨੂੰ ਸਿਮਰਦੇ ਨੇ ਉਹ ਸੁਖ ਵਾਸੀ ਨੇ। ਪੈਸੇ ਨਾਲ ਬਿਸਤਰਾ ਖਰੀਦ ਸਕਦੇ ਹਾਂ, ਨੀਂਦ ਨਹੀਂ। ਭੋਜਨ ਖਰੀਦ ਸਕਦੇ ਹਾਂ, ਭੁੱਖ ਨਹੀਂ। ਮਕਾਨ ਖਰੀਦ ਸਕਦੇ ਹਾਂ, ਘਰ ਨਹੀਂ। ਘਰ ਤੇ ਬਣਾਇਆ, ਮਕਾਨ ਬਣਾਇਆ ਜਾਂਦਾ, ਬਣ ਗਿਆ ਇੱਟਾਂ ਪੱਥਰਾਂ ਨਾਲ। ਪਰ ਘਰ ਉਹ ਉੱਥੇ ਹੁੰਦਾ ਜਿੱਥੇ ਪ੍ਰੇਮ ਹੋਏ, ਇਤਫਾਕ ਹੋਏ, ਨਿਤਨੇਮ ਹੋਏ, ਸ਼ੁਕਰਾਨਾ ਹੋਏ। ਮਕਾਨ ਬਣਾਇਆ ਜਾਂਦਾ, ਬਣਾ ਲਓ, ਮਟੀਰੀਅਲ ਮਿਲਦਾ, ਰੋ ਮਟੀਰੀਅਲ ਲਿਆਓ। ਤੇ ਤਾਂ ਹੀ ਕਿਸੇ ਗੁਰਮੁਖ ਨੂੰ ਪੁੱਛਿਆ ਸੀ ਕਿਸੇ ਨੇ, ਮਹਾਂਪੁਰਖੋ ਦੱਸੋ ਤੁਹਾਨੂੰ ਕੀ ਫਰਕ ਲੱਗਦਾ ਪਹਿਲੋਂ ਦਾ ਤੇ ਹੁਣ ਦਾ? ਉਹ ਕਹਿਣ ਲੱਗਾ ਬਸ ਇਹੀ ਫਰਕ ਹੈ, ਪਹਿਲੋਂ ਘਰ ਬਹੁਤ ਜ਼ਿਆਦੇ ਸੀ, ਅੱਜ ਮਕਾਨ ਜ਼ਿਆਦੇ ਹੋ ਗਏ। ਅੱਜ ਕੀ ਕਰਨਾ ਆਪਾਂ ਦਰਵਾਜ਼ਿਆਂ ਨੂੰ, ਇੰਟੀਰੀਅਰ ਡੈਕੋਰੇਸ਼ਨ ਨੂੰ, ਜਿੱਥੇ ਪਿਆਰ ਨਿਤਨੇਮ ਉਹਦਾ ਸ਼ੁਕਰਾਨਾ ਹੀ ਨਹੀਂ ਹੈ। ਕਬੀਰ ਜਾਂ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਸੋ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ। ਪੈਸੇ ਨਾਲ ਆਪਾਂ ਸੰਸਾਰ ਦੀਆਂ ਚੀਜ਼ਾਂ ਖਰੀਦ ਸਕਦੇ ਹਾਂ, ਖੁਸ਼ੀ ਨਹੀਂ ਖਰੀਦ ਸਕਦੇ। ਹਾਂ, ਸੁੱਖ ਵੀ ਵਿਦਵਾਨਾਂ ਨੇ, ਇੱਕ ਸੁੱਖ ਹੁੰਦਾ ਹੈ ਕਰਮ ਦਾ ਸੁੱਖ, ਜੋ ਆਪਾਂ ਕਰਮ ਕਰਦੇ ਹਾਂ। ਦੂਜਾ ਸੁੱਖ ਹੁੰਦਾ ਹੈ ਇੰਦਰੀਆਂ ਦਾ ਸੁੱਖ, ਜਿਵੇਂ ਅੱਖਾਂ ਤੋਂ ਕੁਝ ਵੇਖਿਆ, ਕੰਨਾਂ ਤੋਂ ਮਿਊਜ਼ਿਕ ਸੁਣਿਆ, ਕੁਝ ਵੀ ਹੈ, ਜ਼ੁਬਾਨ ਤੋਂ ਕੁਝ ਰਸਨਾ ਤੋਂ ਖਾਧਾ। ਕਰਮ ਦਾ ਸੁੱਖ ਵੀ ਸਦੀਵੀ ਨਹੀਂ, ਇੰਦਰੀਆਂ ਦਾ ਸੁੱਖ ਵੀ ਸਦੀਵੀ ਨਹੀਂ। ਇੱਕ ਸੁੱਖ ਹੁੰਦਾ ਹੈ ਗਿਆਨ ਦਾ ਸੁੱਖ, ਉਹ ਲੰਬਾ ਚੱਲਦਾ। ਤੇ ਗਿਆਨ ਦੇ ਵਿੱਚੋਂ ਇੱਕ ਹੁੰਦਾ ਹੈ ਧਿਆਨ ਦਾ, ਅਨੁਭਵ ਦਾ ਸੁੱਖ, ਜਿਹੜਾ ਸਾਡੇ ਕੋਲ ਕੋਈ ਨਹੀਂ ਖੋ ਸਕਦਾ। ਇੰਦਰੀਆਂ ਦਾ ਸੁੱਖ ਇੱਕੋ ਜਿਹਾ ਨਹੀਂ ਰਹਿਣਾ। ਜਦੋਂ ਅੱਖਾਂ ਹੀ ਨਹੀਂ ਰਹੀਆਂ, ਕੰਨਾਂ 'ਚੋਂ ਸੁਣਨ ਦੀ ਤਾਕਤ ਹੀ ਨਹੀਂ ਰਹਿ ਗਈ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਫਿਰ ਕੀ ਕਰੇਗਾ? ਸੋ ਕਰਮ ਦਾ ਸੁੱਖ ਵੀ ਸਦੀਵੀ ਨਹੀਂ, ਇੰਦਰੀਆਂ ਦਾ ਸੁੱਖ ਵੀ ਸਦੀਵੀ ਨਹੀਂ। ਗਿਆਨ ਦਾ ਸੁੱਖ ਹੁੰਦਾ ਹੈ ਲੰਬਾ ਸਾਥ ਦਿੰਦਾ, ਅਨੁਭਵ ਦਾ ਸੁੱਖ ਸਦੀਵੀ ਸਾਥ ਦਿੰਦਾ। ਤੋ ਮੇਰੇ ਸਾਹਿਬ ਕਹਿੰਦੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ। ਉਹਨਾਂ ਕੋਲ ਸਦੀਵੀ ਸੁੱਖ ਹੈ ਜੀਵਨ ਦੇ ਅੰਦਰ। ਪ੍ਰਭ ਕੋ ਸਿਮਰੈ ਸਦਾ ਅਬਿਨਾਸ਼ੀ। ਦੁਨੀਆ 'ਚ ਕੋਈ ਚੀਜ਼ ਨਹੀਂ ਜਿਹੜੀ ਨਾਸ਼ ਨਾ ਹੁੰਦੀ ਹੋਏ। ਜੇ ਧਰਤੀ ਦੇ ਬੰਦਿਆਂ ਦੀ ਗੱਲ ਛੱਡੀਏ, ਧਰਤੀ ਵੀ ਨਾਸ਼ ਹੁੰਦੀ ਹੈ। ਧਰਤੀ ਦੀ ਗੱਲ ਛੱਡੀਏ, ਸੂਰਜ ਵੀ ਸਦਾ ਨਹੀਂ ਹੈ। ਕੁਝ ਵੀ ਹੈ ਜੋ ਵੀ ਹੋਂਦ ਵਿੱਚ ਆਇਆ, ਉਹਦੇ ਨਾਲ ਜਿਹੜਾ ਪੈਦਾ ਹੋ ਗਿਆ ਉਹਦੇ ਨਾਲ ਨਾਸ਼ ਸ਼ਬਦ ਜ਼ਰੂਰ ਜੁੜਿਆ ਹੈ, ਮਰਨ ਜ਼ਰੂਰ ਜੁੜਿਆ, ਜਿਹਦੇ ਨਾਲ ਜਨਮ ਜੁੜਿਆ ਹੋਇਆ। ਪਰ ਮੇਰੇ ਸਾਹਿਬ ਕਹਿੰਦੇ ਪ੍ਰਭ ਕੋ ਸਿਮਰੈ ਸਦਾ ਵਿਨਾਸ਼ੀ। ਉਹ ਨਾਸ਼ ਰਹਿਤ ਹੋ ਗਏ, ਉਹ ਬਣਦੇ ਮਿਟਦੇ ਨਹੀਂ, ਉਹਨਾਂ ਨੂੰ ਕੋਈ ਮਿਟਾਉਣ ਵਾਲਾ ਨਹੀਂ, ਉਹ ਵਿਨਾਸ਼ੀ ਹੈ। ਕਿੰਨਾ ਸਮਾਂ 1173, ਇਸ ਤੋਂ ਹੋਰ ਪਿੱਛੇ ਚਲੇ ਜਾਈਏ 1170, ਭਗਤ ਜੈ ਦੇਵ ਜੀ
ਬਾਣੀ 'ਚ ਉਹਨਾਂ ਦੇ ਬੋਲ ਨੇ, ਪਰਮਾਦ ਪੁਰਖ ਮਨੋ ਪਿਮੰਗ ਸਤਾਦ ਭਾਵ ਰਤਨ। ਵੇਖੋ ਅਬਨਾਸ਼ੀ ਨੇ ਨਾ, ਉਹ ਕਿੰਨੀਆਂ ਸਦੀਆਂ ਹੋ ਗਈਆਂ ਬਾਬਾ ਫਰੀਦ ਜੀ ਅਬਨਾਸ਼ੀ ਨੇ। ਭਗਤ ਰਵਿਦਾਸ ਜੀ, ਸਾਡੇ ਤੇ ਪੜਦਾਦੇ ਦਾ ਨਾਮ ਨਹੀਂ ਸਾਨੂੰ ਪਤਾ ਹੁੰਦਾ, ਸਾਡੇ ਤੇ ਤੀਜੀ ਪੀੜ੍ਹੀ ਤੋਂ ਬਾਅਦ ਨਹੀਂ ਕੁਝ ਯਾਦ ਰਹਿ ਜਾਂਦਾ। ਤਾਂ ਹੀ ਬਾਬਾ ਫਰੀਦ ਜੀ ਨੇ ਕਿਹਾ ਨਾ, ਤੂੰ ਧਿਆਨ ਮਾਰ ਕਦੇ ਜੀਵਨ ਦੇ ਅੰਦਰ, ਫਰੀਦਾ ਕਿੱਥੇ ਤੈਂਡੇ ਮਾਪਿਓ ਜਿੰਨੀ ਤੂੰ ਜਣਿਓ ਹੈ। ਤੈਂ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣਿਓ ਹੈ, ਤੂੰ ਅਜੇ ਨਹੀਂ ਪਤੀਜਦਾ ਜੀਵਨ ਦੇ ਅੰਦਰ। ਸੋ ਮੇਰੇ ਸਾਹਿਬ ਬਖਸ਼ਿਸ਼ ਕਰਦੇ ਨੇ, ਅਵਿਨਾਸ਼ੀ ਨੇ, ਜਿਨ੍ਹਾਂ ਨੇ ਅਵਿਨਾਸ਼ੀ ਨੂੰ ਸਿਮਰਿਆ ਉਹ ਬਣਦੇ ਢਹਿੰਦੇ ਨਹੀਂ। ਉਹਨਾਂ ਨੂੰ ਕੋਈ ਮੁਕਾ ਉਹਨਾਂ ਦੀ ਹੋਂਦ ਮਿਟਾ ਨਹੀਂ ਸਕਦਾ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਸਿਮਰਨ ਦੇ ਨਾਲ ਉਹ ਲੱਗੇ। ਨਹੀਂ ਤੇ ਕਈ ਵਾਰ ਅਲਾਰਮ ਲਾਇਆ ਸੀ 4 ਵਜੇ ਦਾ, ਵੱਜਿਆ ਵੀ ਉੱਠਿਆ ਨਹੀਂ ਗਿਆ। ਕਈ ਵਾਰ ਬੰਦਾ ਸੋਚਦਾ ਹੈ ਗੁਰਦੁਆਰਾ ਸਾਹਿਬ ਜਾਊਂਗਾ, ਸੋਚਦਿਆਂ ਸੋਚਦਿਆਂ ਸੰਗਰਾਂਦ ਨੂੰ ਹੀ ਆਉਂਦਾ, ਬਸ ਨਹੀਂ ਆਇਆ ਗਿਆ। ਤੋ ਮੇਰੇ ਸਾਹਿਬ ਕਹਿੰਦੇ, ਵਾਹਿਗੁਰੂ ਜਿਨ੍ਹਾਂ ਤੇ ਤੇਰੀ ਕਿਰਪਾ ਜੀਵਨ 'ਚ ਵਰਤੀ ਹੈ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਜਿਹੜੀ ਤੇਰੇ ਦਿਆਲਤਾ ਦੀ, ਮਿਹਰਾਮਤ ਦੀ, ਬਖਸ਼ਿਸ਼ ਦੀ ਨਜ਼ਰ ਪ੍ਰਾਪਤ ਜਿਨ੍ਹਾਂ ਨੂੰ ਹੋਈ, ਨਾਨਕ ਜਨ ਕੀ ਮੰਗੈ ਰਵਾਲਾ, ਉਹਨਾਂ ਦੇ ਚਰਨਾਂ ਦੀ ਧੂੜ ਨਾਨਕ ਮੰਗਦਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਮਾਲਕ ਨੂੰ ਸਿਮਰਦੇ ਨੇ ਉਹ ਪਰਉਪਕਾਰੀ ਹੋ ਜਾਂਦੇ ਨੇ। ਇੱਕ ਹੁੰਦੀ ਹੈ ਸਾਡੀ ਕਾਰ ਜਿਹੜੀ ਆਪਾਂ ਕਰਦੇ ਹਾਂ, ਰੋਟੀ ਪਾਣੀ ਸਾਡੀ ਕਾਰ ਹੈ ਜੋ ਆਪਣੇ ਵਾਸਤੇ ਹੀ ਆਪਾਂ ਕਰ ਰਹੇ ਹਾਂ। ਇੱਕ ਹੁੰਦਾ ਹੈ ਬੇਕਾਰ, ਕਈ ਵਾਰ ਬੰਦਾ ਕਰ ਰਿਹਾ ਉਹਦੇ 'ਚ ਆਪਣੇ ਆਪ ਨੂੰ ਵੀ ਕੋਈ ਲਾਭ ਨਹੀਂ ਹੈ, ਉਹਦੇ 'ਚੋਂ ਮਿਲਣਾ ਕੁਝ ਨਹੀਂ ਹੈ। ਅਖਬਾਰ ਦਾ ਹਰੇਕ ਪੰਨਾ ਫਰੋਲ ਲਿਆ, ਕੀ ਸਵਾਰ ਲਿਆ ਉਹਨੇ। ਇੱਕ ਹੁੰਦਾ ਬੇਕਾਰ, ਬੰਦਾ ਮੰਨ ਲਓ ਕੋਈ ਗੇਮ ਖੇਡ ਰਿਹਾ, ਟਾਈਮ ਪਾਸ ਹੋ ਰਿਹਾ, ਪਰ ਮਿਲਿਆ ਕੀ ਉਹਦੇ 'ਚੋਂ। ਸੋ ਕਾਰ ਜਿਹਦੇ 'ਚੋਂ ਅਸੀਂ ਆਪਣਾ ਆਪ ਸਵਾਰਦੇ ਹਾਂ। ਤੀਸਰਾ ਸਭ ਤੋਂ ਸ੍ਰੇਸ਼ਟ ਜੀਵਨ ਹੁੰਦਾ ਹੈ ਪਰਉਪਕਾਰ, ਕਿਸੇ ਦੂਜੇ ਵਾਸਤੇ ਜਿਉਣਾ। ਕੋਈ ਸੇਵਾ ਹੈ, ਕੋਈ ਪਰਉਪਕਾਰ ਹੈ। ਇਹ ਧਰਮੀਆਂ ਦਾ ਮੰਡਲ ਹੁੰਦਾ ਹੈ। ਕਾਰ ਮੰਡਲ ਹੈ, ਇਹ ਸੰਸਾਰੀਆਂ ਦਾ ਮੰਡਲ ਹੈ। ਬੇਕਾਰ ਮੰਡਲ ਇਹ ਸਾਕਤਾਂ ਦਾ ਮੰਡਲ ਹੁੰਦਾ ਹੈ। ਸਾਕਤ ਜਨ, ਜਿੱਥੇ ਬਿਲਕੁਲ ਅਚੇਤ ਨੇ ਜੀਵਨ ਦੇ ਪਰਥਾਏ। ਤੋ ਰੱਬ ਦੇ ਪਿਆਰਿਆਂ ਦਾ ਮੰਡਲ ਬਹੁਤ ਉੱਚਾ ਹੈ, ਕਿਉਂਕਿ ਪਰਉਪਕਾਰੀ ਨੇ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਭਗਤ ਪੂਰਨ ਸਿੰਘ ਜੀ ਪਰਉਪਕਾਰੀ ਨੇ। ਬਾਣੀ ਜਿੰਨੇ ਭਗਤ ਸਾਹਿਬਾਨ ਬੈਠੇ ਨੇ ਪਰਉਪਕਾਰੀ ਨੇ। ਗੁਰੂ ਸਾਹਿਬਾਨ ਉਹ ਭਾਵੇਂ ਕਿਹਾ ਸੀ ਵੀ ਕੀ ਲੋੜ ਹੈ ਤੁਹਾਨੂੰ, ਤੁਹਾਡਾ ਪਿਤਾ ਮਹਿਤਾ ਹੈ, ਪਟਵਾਰੀ ਹੈ, ਕਿੰਨਾ ਕੁਝ ਹੈ ਤੁਹਾਡੇ ਕੋਲ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਕੀ ਕਰਾਂ, ਲੋਕਾਂ ਦਾ ਦੁੱਖ ਦਰਦ ਮੇਰੇ ਕੋਲ ਜਰਿਆ ਨਹੀਂ ਜਾਂਦਾ। ਪਰਉਪਕਾਰੀ ਕੋਲੋਂ ਕਿਸੇ ਦੇ ਹੰਝੂ ਨਹੀਂ ਜਰੇ ਜਾਂਦੇ, ਪਰਉਪਕਾਰੀਆਂ ਕੋਲੋਂ ਕਿਸੇ ਦੀ ਭੁੱਖ ਨਹੀਂ ਜਰੀ ਜਾਂਦੀ। ਉਹ ਕੁਰਲਾ ਉੱਠਦੀ ਉਹਦੀ ਜਿੰਦ, ਆਪਣੇ ਹਿੱਸੇ ਦੀਆਂ ਪ੍ਰਸ਼ਾਦੇ ਉਹਦੀ ਤਲੀ ਤੇ ਰੱਖ ਦਿੰਦੇ। ਇੱਥੋਂ ਹੀ ਤੇ ਸੇਵਾ ਸ਼ੁਰੂ ਹੁੰਦੀ ਹੈ। ਪਰਉਪਕਾਰ ਦੀ ਤੇ ਮਿਸਾਲ ਹੈ ਲੰਗਰ, ਸੇਵਾ ਜੋ ਵੀ ਹੈ ਉਹਦੇ ਕੋਲ ਨਹੀਂ ਜਰਿਆ ਜਾਂਦਾ। ਕਿਸੇ ਦਾ ਦੁੱਖ, ਕਿਸੇ ਦੀ ਭੁੱਖ, ਤੇ ਪਰਉਪਕਾਰੀ ਨੇ ਸਤਿਗੁਰੂ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਕੋਲ ਨਹੀਂ ਜਰਿਆ ਜਾਂਦਾ, ਮਾਂ ਕੀ ਕਰਾਂ ਮੈਂ, ਮੈਨੂੰ ਜਾਣਾ ਪੈਣਾ। ਬਾਬਾ ਦੇਖੈ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ਼ ਆਈ। ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਸੋ ਸੁਭਾਅ ਹੁੰਦਾ ਹੈ ਕੁਦਰਤੀ ਰੱਬ ਦੇ ਪਿਆਰਿਆਂ ਦਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ। ਜਿਹੜੇ ਸਿਮਰਦੇ ਨੇ ਵਾਹਿਗੁਰੂ ਨੂੰ, ਪਰਉਪਕਾਰੀ ਹੋ ਜਾਂਦੇ ਨੇ। ਫਿਰ ਉਹਨਾਂ ਦਾ ਪਰਉਪਕਾਰ ਕੋਈ ਵਿਖਾਵਾ ਨਹੀਂ ਰਹਿ ਜਾਂਦਾ, ਸੁਭਾਅ ਬਣ ਜਾਂਦਾ ਹੈ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਜਿਹੜੇ ਮਾਲਕ ਨੂੰ ਸਿਮਰਦੇ ਨੇ ਉਹਨਾਂ ਤੋਂ ਸਦੀਵੀ ਕੁਰਬਾਨ ਜਾਈਏ। ਬਲਹਾਰੀ, ਬਲਹਾਰ ਜਾਣਾ,
ਉਹਨਾਂ ਅੱਗੇ ਆਪਣਾ ਬਲ ਹਾਰ ਜਾਣਾ। ਉਹਨਾਂ ਨੂੰ ਬਲ ਵਿਖਾਉਣ ਦੀ ਲੋੜ ਨਹੀਂ ਪੈਂਦੀ। ਜਿਹੜੇ ਮਾਲਕ ਦੇ ਸਿਮਰਨ ਵਿੱਚ ਭਿੱਜੇ ਨੇ ਉੱਥੇ ਕੋਈ ਨਾ ਬਲ ਵਿਖਾਈਏ ਅਸੀਂ ਆਪਣਾ, ਉੱਥੇ ਬਲ ਹਾਰ ਜਾਈਏ, ਮੱਤ ਹਾਰ ਜਾਈਏ। ਆ ਗੁਰੂ ਕੋਲ ਆਪਾਂ ਮੱਥਾ ਟੇਕਣਾ, ਬਲਹਾਰ ਜਾਣਾ ਹੀ ਆ ਗੁਰੂ ਨੂੰ। ਜਿੱਥੇ ਸਤਿਗੁਰ ਮੈਂ ਆਪਣਾ ਬਲ ਹਾਰ ਗਿਆ ਤੇਰੇ ਕੋਲ ਟਹਿ ਪਿਆ ਮੈਂ। ਤੋ ਜਿਹੜੇ ਸਿਮਰਦੇ ਨੇ ਸਾਹਿਬ ਕਹਿੰਦੇ ਉਹ ਸਤਿਕਾਰਯੋਗ ਨੇ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ। ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਬੜੇ ਸੋਹਣੇ ਮੁਖ ਨੇ, ਜਿਨ੍ਹਾਂ ਦੇ ਮੁਖ ਤੋਂ ਸੱਚੇ ਵਾਹਿਗੁਰੂ ਦੀ ਸੱਚੀ ਸਿਫਤ ਪ੍ਰਗਟ ਹੁੰਦੀ ਹੈ। ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ। ਜਿਹੜੇ ਮਾਲਕ ਨੂੰ ਸਿਮਰਦੇ ਨੇ ਜ਼ਿੰਦਗੀ ਉਹਨਾਂ ਦੀ ਸੁੱਖਾਂ ਦੇ ਅੰਦਰ ਸਫਲ ਹੁੰਦੀ। ਬਿਹਾਵੇ ਲੰਘਣਾ, ਉਹਨਾਂ ਦੀ ਜ਼ਿੰਦਗੀ ਵਾਹ ਵਾਹ ਕਰਦਿਆਂ ਬੜੀ ਸੁਖਮਈ ਹੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹਨਾਂ ਨੇ ਆਤਮ ਆਪਣੇ ਆਪ ਨੂੰ ਜਿੱਤਿਆ, ਦੂਜੇ ਨੂੰ ਨਹੀਂ। ਇਹ ਤੇ ਆਮ ਗੱਲ ਹੈ, ਦੂਜੇ ਤੇ ਰਾਜੇ ਜਿੱਤਦੇ ਹੀ ਆਏ ਨੇ। ਕਿਤਨੇ ਵੱਡੇ ਰਾਜੇ ਦੁਨੀਆ ਨੂੰ ਜਿੱਤਣ ਵਾਲੇ ਰਹੇ ਨੇ, ਵੱਡੀ ਗੱਲ ਥੋੜ੍ਹਾ ਹੈ। ਸਿਕੰਦਰ ਵਰਗੇ, ਪੋਰਸ ਵਰਗੇ, ਹੋਰ ਵੀ ਕਿੰਨੇ ਹੋਏ ਹੋਣਗੇ। ਪਰ ਮੇਰੇ ਸਾਹਿਬ ਕਹਿੰਦੇ ਬਹੁਤ ਵੱਡੀ ਗੱਲ ਹੈ ਆਪਣੇ ਆਪ ਨੂੰ ਜਿੱਤਣਾ, ਆਪਣੇ ਆਪ 'ਤੇ ਕੰਟਰੋਲ ਰੱਖਣਾ, ਸੰਜਮ ਰੱਖਣਾ। ਸਾਡਾ ਨਹੀਂ ਕੰਟਰੋਲ ਹੁੰਦਾ ਜ਼ੁਬਾਨ 'ਤੇ, ਕਈ ਵਾਰ ਸਾਡੇ ਇਮੋਸ਼ਨ ਸਾਡੇ ਕੰਟਰੋਲ ਨਹੀਂ ਹੁੰਦੇ ਬੰਦੇ ਦੇ। ਕਈ ਵਾਰ ਕੀ ਬੋਲ ਗਿਆ, ਕੀ ਕਰ ਗਿਆ, ਕੀ ਕਹਿ ਗਿਆ, ਬੇਸਮਝੀ 'ਚ ਵਰਤ ਜਾਂਦਾ। ਤੋ ਸਭ ਤੋਂ ਵੱਡੀ ਜਿੱਤ ਹੈ ਆਪਣੇ ਆਪ 'ਤੇ। ਸਤਿਗੁਰ ਨੇ ਤਾਂ ਹੀ ਕਿਹਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਅੱਗੇ ਹੈ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਗੁਰਦੇਵ ਕਹਿੰਦੇ ਜਿਹਦੇ ਕੋਲ ਪੂਰਾ ਗੁਰੂ ਹੋਏ ਉਹਦੇ ਵਸ ਸਭ ਹੈ, ਕਿਉਂਕਿ ਜਿਹਨੇ ਆਪਣੇ ਆਪ ਵਸ ਕਰ ਲਿਆ ਉਹਦੇ ਵਸ ਸਭ ਕੁਝ ਹੋ ਗਿਆ। ਤੋ ਮਾਲਕ ਨੂੰ ਸਿਮਰਦੇ ਨੇ ਜਿਹੜੇ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਉਹਨਾਂ ਨੇ ਆਪਣੇ ਆਪ ਨੂੰ ਜਿੱਤੇ। ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਰੀਤਾ ਮਰਿਆਦਾ, ਜ਼ਿੰਦਗੀ ਦੀ ਚਾਲ ਨਿਰਮਲ, ਉੱਥੇ ਕੋਈ ਮੈਲ ਨਹੀਂ ਲੱਗੀ। ਉਹਨਾਂ ਦੇ ਜ਼ਿੰਦਗੀ ਦੀ ਮਰਿਆਦਾ ਬੋਲੇ ਮੈਲੇ ਬੋਲ ਨਹੀਂ ਬੋਲੇ, ਵੇਖਿਆ ਮੈਲਾ ਨਹੀਂ, ਸੁਣਿਆ ਮੈਲਾ ਨਹੀਂ। ਉਹਨਾਂ ਦੇ ਜ਼ਿੰਦਗੀ ਦੀ ਰੋਹ ਰੀਤ, ਤਾਂ ਹੀ ਜਿਹਨੂੰ ਸਾਹਿਬ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਕਿਹੜੀ ਚਾਲ? ਵੀ ਵੱਖਰਾ ਤੁਰਦੇ ਨੇ, ਪੈਰਾਂ ਦੀ ਚਾਲ ਨਹੀਂ ਹੈ ਉਹ। ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਜਿੱਥੇ ਆਪਣੇ ਆਪ ਨੂੰ ਜਿੱਤਣਾ, ਸੰਜਮ ਦੇ ਵਿੱਚ ਰੱਖਣਾ ਬੜੀ ਔਖੀ ਗੱਲ ਹੁੰਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੰਟਰੋਲ ਕਰਨਾ ਬੜੀ ਔਖੀ ਗੱਲ ਹੁੰਦੀ ਹੈ। ਤੇ ਜਿਨ੍ਹਾਂ ਨੇ ਸਿੱਖ ਲਿਆ ਫਿਰ ਉਹਨਾਂ ਦੀ ਜ਼ਿੰਦਗੀ ਦੀ ਚਾਲ ਬੜੀ ਨਵੇਕਲੀ, ਬੜੀ ਵੱਖਰੀ ਹੈ। ਤੋ ਜਿੱਥੇ ਪ੍ਰਭ ਕੋ ਸਿਮਰਦੇ ਨੇ ਜਿਹੜੇ ਮਾਲਕ ਵਾਹਿਗੁਰੂ ਕਾਲ ਪੁਰਖ ਦੇ ਪਿਆਰੇ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ। ਉਹਨਾਂ ਕੋਲ ਬਹੁਤ ਕਨੇਰੇ, ਆਨੰਦ ਤੇ ਸੁੱਖ, ਦੋ ਸ਼ਬਦ ਨੇ। ਭਾਵੇਂ ਕਈ ਵਾਰੀ ਬਾਣੀ 'ਚ ਇੱਕੋ ਭਾਵ 'ਚ ਆਏ ਨੇ, ਪਰ ਫਿਰ ਵੀ ਸੁੱਖ ਤੇ ਆਨੰਦ ਨੂੰ ਆਪਾਂ ਵੱਖਰੇ ਕਰਨਾ ਹੋਏ, ਸੁੱਖ ਸਰੀਰ ਸੰਸਾਰ ਦਾ ਵਿਸ਼ਾ ਹੈ, ਆਨੰਦ ਆਤਮ ਦਾ ਨਿੱਜ ਦਾ ਵਿਸ਼ਾ ਹੈ। ਆਨੰਦ ਉਹ ਅਵਸਥਾ ਹੈ ਜਿੱਥੇ ਬੰਦਾ ਸੁੱਖ ਦੁੱਖ ਤੋਂ ਉੱਪਰ ਚਲਾ ਗਿਆ। ਸੁੱਖ ਅਵਸਥਾ ਸਰੀਰ ਦੀ ਹੈ, ਕਰਮਾਂ ਦੀ ਹੈ, ਇੰਦਰੀਆਂ ਦੀ ਹੈ। ਆਨੰਦ ਅਵਸਥਾ ਅਨੁਭਵ ਦੀ ਹੈ, ਜਾਂ ਆਤਮ ਦੀ ਕਹਿ ਲਈਏ, ਅਨੁਭਵ ਦੀ ਕਹਿ ਲਈਏ। ਸੁੱਖ ਸਾਂਝਾ ਹੈ, ਆਨੰਦ ਸਾਂਝਾ ਨਹੀਂ ਹੁੰਦਾ, ਆਨੰਦ ਨਿੱਜੀ ਹੁੰਦਾ ਹੈ। ਸੁੱਖ ਸਾਂਝਾ ਹੁੰਦਾ, ਸੰਸਾਰ ਦੇ ਸੁੱਖ ਸਾਂਝੇ ਨੇ। ਆ ਬਿਜਲੀ ਦਾ ਸੁੱਖ ਸਾਂਝਾ ਮਿਲਦੇ ਆਪਾਂ ਨੂੰ, ਕੋਈ ਵੀ ਚੀਜ਼ ਹੈ। ਪਰ ਆਨੰਦ ਜਿੱਥੇ ਕੋਈ ਸਰੀਰ ਤੋਂ, ਇੰਦਰੀਆਂ ਤੋਂ ਅੱਗੇ ਚਲਾ ਜਾਂਦਾ ਹੈ, ਰੱਬੀ ਯਾਦ ਵਿੱਚ ਜੁੜ ਕੇ, ਉੱਥੇ ਫਿਰ ਆਨੰਦ ਵਰਤਦਾ ਹੈ। ਤੇ ਸੁੱਖ ਦਾ ਵਿਰੋਧੀ ਸ਼ਬਦ ਹੈ ਦੁੱਖ, ਤੇ ਆਨੰਦ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ। ਸੰਸਾਰ ਦੇ ਅੰਦਰ ਤੁਸੀਂ ਸ਼ਬਦ ਕੋਸ਼ ਦੇਖ ਲੈਣਾ, ਪੰਜਾਬੀ ਸ਼ਬਦ ਕੋਸ਼ ਵੇਖ ਲੈਣਾ,
ਹਰੇਕ ਸ਼ਬਦ ਦੇ ਬਰਾਬਰ ਵਿਰੋਧੀ ਸ਼ਬਦ ਮਿਲੇਗਾ। ਜਨਮ ਮਰਨ, ਸੁੱਖ ਦੁੱਖ, ਵਾਧਾ ਘਾਟਾ, ਛੋਟਾ ਵੱਡਾ, ਅਮੀਰ ਗਰੀਬ, ਜੋ ਵੀ ਹੈ। ਪਰ ਇੱਕ ਆਨੰਦ ਸ਼ਬਦ ਐਸਾ ਹੈ ਜਿਹਦਾ ਵਿਰੋਧੀ ਸ਼ਬਦ ਨਹੀਂ ਮਿਲਦਾ। ਤਾਂ ਕਰਕੇ ਪਤਾ ਨਹੀਂ ਕਿੰਨਾ ਕੁ ਪਿਆਰਾ ਸ਼ਬਦ ਸਤਿਗੁਰਾਂ ਨੇ ਬਾਣੀ 'ਚ ਵਰਤਿਆ। ਸਤਿਗੁਰਾਂ ਨੇ ਨਗਰ ਵਸਾਇਆ, ਉਹਦਾ ਨਾਮ ਆਨੰਦਪੁਰ ਰੱਖਿਆ। ਸਿੱਖ ਆਨੰਦਪੁਰ ਦਾ ਵਾਸੀ ਬਣ ਗਿਆ। ਸਾਨੂੰ ਬਾਣੀ ਆਨੰਦ ਸਾਹਿਬ ਦੀ ਸਤਿਗੁਰਾਂ ਨੇ ਬਖਸ਼ੀ ਹੈ। ਹਰੇਕ ਦੀਵਾਨ ਦੀ ਸੰਪੂਰਨਤਾ 'ਤੇ ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ। ਜਨਮ ਹੋਇਆ ਤਾਂ ਵੀ ਆਨੰਦ ਸਾਹਿਬ ਹੈ, ਵਿਆਹ ਹੈ ਤਾਂ ਵੀ ਆਨੰਦ ਸਾਹਿਬ ਹੈ, ਅੰਤਿਮ ਅਰਦਾਸ ਹੈ ਤਾਂ ਵੀ ਆਨੰਦ ਸਾਹਿਬ ਹੈ। ਕਿੱਡੀ ਸਿਖਰ ਦੀ ਅਵਸਥਾ ਹੈ ਜਿਹੜੀ ਸਤਿਗੁਰ ਸਾਨੂੰ ਬਖਸ਼ਣਾ ਚਾਹੁੰਦੇ ਨੇ। ਤੇ ਜਿੱਥੇ ਵਰਤਦੀ ਹੈ ਰੱਬੀ ਯਾਦ ਵਿੱਚ, ਇਹਨੂੰ ਫਿਰ ਕੋਈ ਖੋਹ ਨਹੀਂ ਸਕਦਾ। ਸੁੱਖ ਖੋਹ ਲੈਂਦਾ ਸਾਡੇ ਕੋਲੋਂ ਦੁੱਖ, ਪਰ ਆਨੰਦ ਇਹਨੂੰ ਕੋਈ ਵੀ ਜੀਵਨ 'ਚੋਂ ਬਦਲਣ ਵਾਲਾ ਨਹੀਂ ਹੈ। ਜਿਹੜੀ ਸਿਮਰਨ ਵਿੱਚੋਂ ਅਵਸਥਾ ਬਣਦੀ ਹੈ। ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਵਾਹਿਗੁਰੂ ਨੂੰ ਸਿਮਰਦੇ ਨੇ, ਰੱਬ ਦੇ ਨੇੜੇ ਵਸਣ ਵਾਲੇ ਨੇ। ਯਾਦ ਕਰਕੇ ਉਹਦੀ ਨੇੜਤਾ ਹੈ, ਭੁੱਲ ਕਰਕੇ ਪਰਮਾਤਮਾ ਦੀ ਦੂਰੀ ਹੈ। ਰੱਬ ਤੋਂ ਦੂਰ ਆਪਾਂ ਕਿੱਦਾਂ ਜਾਵਾਂਗੇ? ਸਰੀਰ ਕਰਕੇ ਨਹੀਂ ਜਾ ਸਕਦੇ। ਅੰਦਰ ਵੀ ਉਹ ਵਰਤ ਰਿਹਾ, ਬਾਹਰ ਵੀ ਉਹ ਵਰਤ ਰਿਹਾ। ਜਿਵੇਂ ਧਰਤੀ ਤੋਂ ਕੋਈ ਬੰਦਾ ਕਹੇ ਵੀ ਮੈਂ ਪੱਛਮ ਦਿਸ਼ਾ ਵੱਲ ਪਿੱਠ ਕਰਕੇ ਪੂਰਬ ਵੱਲ ਭੱਜ ਜਾਣਾ ਹੈ ਤੇ ਪੱਛਮ ਦਿਸ਼ਾ ਪਿੱਛੇ ਛੱਡ ਦੇਣੀ ਹੈ। ਧਰਤੀ ਗੋਲ ਹੈ। 1000 ਕਿਲੋਮੀਟਰ ਭੱਜੇ, 2000 ਭੱਜੇ, ਜਿੱਥੇ ਵੀ ਜਾਏਗਾ ਪੂਰਬ ਵੀ ਓਨਾ ਹੋਏਗਾ, ਪੱਛਮ ਵੀ ਓਨਾ ਹੈ, ਉੱਤਰ ਵੀ ਓਨਾ ਹੈ, ਦੱਖਣ ਵੀ ਓਨਾ ਹੈ। ਕਿੱਥੇ ਭੱਜਾਂਗੇ? ਮਾਲਕ ਤੋਂ ਆਪਾਂ ਦੂਰ ਕਿਵੇਂ? ਬਸ ਉਹਦੀ ਦੂਰੀ ਹੈ, ਭੁੱਲ ਦੂਰੀ ਹੈ, ਭੁੱਲ ਕਰਕੇ ਦੂਰ ਹੈ। ਕਈ ਵਾਰ ਕਾਰ ਦੀ ਚਾਬੀ ਸਾਡੀ ਜੇਬ 'ਚ ਹੁੰਦੀ ਹੈ, ਘਰਦਿਆਂ ਨੂੰ ਤੜਫਾ ਦਿੰਦੇ ਆਪਾਂ। ਹੁੰਦੀ ਸਾਡੇ ਕੋਲ ਹੈ, ਪਰ ਭੁੱਲ ਕਰਕੇ ਦੂਰ ਹੋ ਗਈ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਰੱਬ ਦੇ ਨੇੜੇ ਵਸਦੇ ਨੇ। ਯਾਦ ਕਰਕੇ ਰਹਿਣਾ, ਉਹਦੇ ਨੇੜੇ ਰਹਿਣਾ। ਰੱਬੀ ਯਾਦ ਹੀ ਹੈ ਜਿਹੜੀ ਸਾਨੂੰ ਉਹਦੀ ਨੇੜਤਾ ਬਖਸ਼ਦੀ ਹੈ। ਤੇ ਭਗਤ ਜਨ ਸਿਮਰਨ ਕਰਕੇ, ਯਾਦ ਕਰਕੇ ਸਦਾ ਨੇੜੇ ਨੇ। ਨੇੜੇ ਤੋਂ ਨੇੜੇ ਮਾਣਿਆ, ਮਹਿਸੂਸ ਕੀਤਾ ਹੈ। ਤੋ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨੰਦਿਨ ਜਾਗ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਅਨੰਦਿਨ ਹਮੇਸ਼ਾ ਹੀ ਆਤਮਿਕ ਜਾਗ ਮਿਲ ਗਈ। ਅਨੰਦਿਨ ਜਾਗ, ਅਨੰਦਿਨ ਸ਼ਬਦ ਹੁੰਦਾ ਹੈ ਦਿਨ ਰਾਤ, ਭਾਵ ਨਿਰੰਤਰ। ਜਾਗਣ ਦਾ ਅਰਥ ਹੈ ਸੁਚੇਤ ਰਹਿਣਾ ਜੀਵਨ ਦੇ ਪ੍ਰਥਾਏ। ਜਾਗਣਾ ਮਨ ਦੇ ਗਿਆਨ ਦੀ ਅਵਸਥਾ ਹੈ। ਮਨ ਦੀ ਕ੍ਰਾਂਤੀ ਆ ਗਈ। ਤੋ ਜਾਗਦੇ ਰਹੇ। ਨਾਨਕ ਸਿਮਰਨ ਪੂਰੇ ਭਾਗ। ਪੂਰੇ ਭਾਗ ਇੱਕ ਹੁੰਦੇ ਨੇ ਅਭਾਗ, ਇੱਕ ਹੁੰਦਾ ਹੈ ਭਾਗ, ਇੱਕ ਹੁੰਦਾ ਹੈ ਵਡਭਾਗ, ਜਿਹਨੂੰ ਸਾਹਿਬ ਨੇ ਸੁਭਾਗ ਜਾਂ ਪੂਰਾ ਭਾਗ ਲਿਖਿਆ। ਜਿਹੜੇ ਮਾਲਕ ਵਾਹਿਗੁਰੂ ਨੂੰ ਸਿਮਰਦੇ ਨੇ ਉਹ ਵਡਭਾਗੀ ਨੇ, ਉਹ ਸੁਭਾਗੀ ਨੇ। ਸੰਸਾਰ ਦਾ ਸੰਬੰਧ ਭਾਗਾਂ ਦੇ ਨਾਲ ਹੈ। ਘਰ ਬਾਰ ਪਰਿਵਾਰ ਕੀ ਹੈ? ਡੈਸਟਨੀ ਹੈ, ਸਾਡੇ ਭਾਗ, ਸਾਡੀ ਕਿਸਮਤ ਕਹਿ ਲਈਏ। ਇਹ ਭਾਗ ਹੈ, ਕਿਸਮਤ ਹੈ ਸਾਡੀ। ਪਰ ਮਾਲਕ ਵਾਹਿਗੁਰੂ ਅਕਾਲ ਪੁਰਖ, ਉਹਦੇ ਗੁਣ, ਸਤਸੰਗਤ, ਇਹ ਵਡਭਾਗ ਹੈ। ਇਹ ਖਾਸ ਹੋ ਜਾਂਦੀ। ਇਹ ਸਭ ਕੋਲ ਨਹੀਂ ਹੋਈ। ਬਿਜਲੀ ਸਭ ਦੇ ਘਰ 'ਚ ਹੋਏਗੀ, ਪੱਖੇ ਸਭ ਦੇ ਘਰਾਂ 'ਚ ਹੋਣਗੇ, ਪਾਣੀ ਸਭਨਾਂ ਦੇ ਘਰਾਂ 'ਚ ਹੋਏਗਾ, ਪੈਸੇ ਸਭਨਾਂ ਦੀ ਜੇਬ 'ਚ ਹੋਣਗੇ। ਇਹ ਭਾਗਾਂ ਦੀ ਨਿਸ਼ਾਨੀ ਹੈ। ਮਾਂ ਮਿਲੀ ਹੈ ਭਾਗਾਂ ਨਾਲ, ਪਿਓ ਮਿਲਿਆ ਭਾਗਾਂ ਨਾਲ, ਘਰ ਮਿਲਿਆ ਭਾਗਾਂ ਨਾਲ, ਸਰੀਰ ਮਿਲਿਆ ਭਾਗਾਂ ਨਾਲ, ਪਰ ਸੰਗਤ ਮਿਲਦੀ ਹੈ ਵੱਡੇ ਭਾਗਾਂ ਦੇ ਨਾਲ। ਇੱਥੇ ਵੱਡੇ ਭਾਗ, ਨਾਮ ਮਿਲਦਾ ਵੱਡੇ ਭਾਗਾਂ ਨਾਲ। ਸਤਿਗੁਰ ਕਹਿੰਦੇ ਵਾਹਿਗੁਰੂ ਦੇ ਸਿਮਰਨ ਨਾਮ ਸੰਗਤ ਦਾ ਸੰਬੰਧ ਵੱਡੇ ਭਾਗਾਂ ਨਾਲ ਹੈ। ਉਹ ਸੁਭਾਗੀ ਨੇ ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ। ਪ੍ਰਭ ਕੋ ਸਿਮਰਨ ਵਾਲੇ ਜਿਹੜੇ ਰੱਬ ਦੇ ਪਿਆਰੇ ਨੇ, ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ। ਵਾਹਿਗੁਰੂ ਦੀ ਯਾਦ ਵਿੱਚ ਜ਼ਿੰਦਗੀ ਦੇ ਕਾਜ ਪੂਰੇ ਹੋ ਗਏ। ਜ਼ਿੰਦਗੀ ਦਾ ਅਸਲ ਮਕਸਦ ਮਿਲ ਗਿਆ। ਜੇ ਜੀਵਨ ਦਾ ਅਸਲ ਕਾਰਜ ਪੂਰਾ ਹੋ ਗਿਆ, ਜਿੱਥੇ ਆਨੰਦ ਹੈ, ਸ਼ੁਕਰਾਨਾ, ਉਹਦੀ ਯਾਦ, ਸਿਮਰਨ ਹੈ, ਇਹਦੇ ਤੋਂ ਵੱਡਾ ਹੋਰ ਕਾਜ ਕੀ ਹੋਏਗਾ? ਜਿਸ ਜੀਵਨ 'ਚ ਬੇਪਰਵਾਹੀ ਆ ਗਈ, ਉਹਦੇ ਜੀਵਨ 'ਚ ਹੋਰ ਕਿਹੜੀ ਦਾਤ
ਲੱਭਣ ਜਾਏਗਾ। ਤੋ ਜਿੱਥੇ ਵਾਹਿਗੁਰੂ ਦੀ ਯਾਦ ਹੈ ਉੱਥੇ ਕਾਰਜ ਪੂਰੇ ਹੋ ਗਏ। ਪ੍ਰਭ ਕੈ ਸਿਮਰਨ ਕਬੋਂ ਨਾ ਝੂਰੇ, ਉਹ ਝੂਰਦੇ ਨਹੀਂ, ਪਛਤਾਉਂਦੇ ਨਹੀਂ, ਰਿਗਰਟ ਨਹੀਂ ਕਰਦੇ, ਪਛਤਾਵਾ ਨਹੀਂ ਕਰਦੇ। ਜੋ ਹੋਇਆ ਵਾਹਿਗੁਰੂ ਠੀਕ ਹੈ, ਜੋ ਹੋਏਗਾ ਉਹ ਵੀ ਠੀਕ ਹੈ। ਆਪਣਾ ਉਦਮ ਜ਼ਰੂਰ ਕਰਨਾ ਹੈ, ਮੁਸ਼ੱਕਤ ਜ਼ਰੂਰ ਕਰਨੀ ਹੈ, ਆਹਰ ਜ਼ਰੂਰ ਕਰਨਾ ਹੈ, ਪਰ ਜੋ ਵਰਤ ਗਿਆ ਝੋਲੀ ਅੱਡ ਕੇ ਉਹਨੂੰ ਕਬੂਲ ਕਰ ਲੈਣਾ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਵਾਹਿਗੁਰੂ ਦੇ ਸਿਮਰਨ 'ਚ ਸਦਾ ਉਹਦੇ ਗੁਣਾਂ ਦੀ ਬਾਣੀ ਹੈ। ਸੋਹਣੀ ਸਿਫਤ ਹੈ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਵਾਹਿਗੁਰੂ ਦੇ ਸਿਮਰਨ ਵਿੱਚ ਜੀਵਨ ਸਹਿਜ ਆਤਮਿਕ ਡੋਲਤਾ 'ਚ ਸਮਾਇਆ ਰਹਿੰਦਾ ਨਿਰੰਤਰ ਤੌਰ 'ਤੇ। ਪ੍ਰਭ ਕੈ ਸਿਮਰਨ ਨਿਹਚਲ ਆਸਣ, ਆਸਣ ਦਾ ਅਰਥ ਹੈ ਟਿਕਾਣਾ। ਵਾਹਿਗੁਰੂ ਦੀ ਯਾਦ ਵਿੱਚ ਜੀਵਨ ਵਿੱਚ ਨਿਹਚਲ ਆਸਨ ਹੈ, ਆਤਮਿਕ ਅਡੋਲਤਾ ਆਪਾਂ ਕਹਿ ਲਈਏ। ਨਿਹਚਲ ਦਾ ਅਰਥ ਹੈ ਜਿਹੜਾ ਚਲਾਏ ਮਾਣ ਨਹੀਂ, ਜਿਹੜਾ ਬਦਲਦਾ ਨਹੀਂ ਹੈ। ਸਦੀਵੀ ਇੱਕ ਸਾਰਤਾ ਹੈ ਰੱਬ ਦੇ ਪਿਆਰਿਆਂ ਦੇ ਜੀਵਨ ਦੇ ਅੰਦਰ, ਮਨ ਦੇ ਤੌਰ 'ਤੇ, ਸਮਝ ਦੇ ਤੌਰ 'ਤੇ, ਅਨੁਭਵ ਦੇ ਤੌਰ 'ਤੇ। ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਜਿਵੇਂ ਸੂਰਜ ਕਰਕੇ ਕਮਲ ਖਿੜਦਾ ਹੈ, ਉਹਦੀਆਂ ਪੰਖੜੀਆਂ ਖਿੜ ਜਾਂਦੀਆਂ ਨੇ। ਇਸੇ ਤਰ੍ਹਾਂ ਸਾਡੇ ਹਿਰਦੇ ਦਾ, ਸਾਡੇ ਅੰਦਰ ਜੋ ਮਨ ਹੈ, ਬੁੱਧ ਹੈ, ਚਿੱਤ ਹੈ, ਅਹੰਗ ਹੈ, ਇਹ ਚਾਰ ਚੀਜ਼ਾਂ ਨੇ। ਹੈ ਤੇ ਇੱਕੋ ਹੀ, ਖੈਰ ਆਪਾਂ ਕਹੀਏ ਹੈ ਇੱਕੋ ਹੀ ਹੈ, ਉਹਨੂੰ ਚਾਰ ਨਾਮ ਦਿੱਤੇ ਗਏ ਨੇ ਸਾਡੇ ਅੰਦਰ। ਮਨ ਜਿੱਥੇ ਵਿਚਾਰ ਨੇ, ਬੁੱਧ ਜਿੱਥੇ ਨਿਰਣਾ ਹੈ, ਚਿੱਤ ਜਿੱਥੇ ਸਟੋਰ ਹੈ ਸਾਡਾ, ਚੇਤਾ ਜਿਹਨੂੰ ਆਪਾਂ ਕਹਿੰਦੇ, ਅਹੰਗ ਜਿੱਥੇ ਸਾਨੂੰ ਸਾਡੇ ਹੋਣ ਦਾ ਅਹਿਸਾਸ ਹੁੰਦਾ ਹੈ। ਤੁਸੀਂ ਵੇਖੋ, ਅਹੰਗ ਬੁੱਧ, ਮੈਂ ਹਾਂ, ਮੇਰੀ ਹੋਂਦ ਹੈ, ਜਿੱਥੇ ਇਹ ਸਾਡੇ 'ਚ ਫੀਲਿੰਗ ਹੈ। ਸੋ ਇਹ ਸਾਡੇ ਅੰਦਰ ਦੀਆਂ ਚਾਰ ਅਵਸਥਾਵਾਂ ਨੇ। ਰੱਬੀ ਯਾਦ ਕਰਕੇ ਕੀ ਤਬਦੀਲੀ ਆਉਂਦੀ ਹੈ? ਮਨ ਦੇ ਵਿਚਾਰ ਸ਼ੁੱਧ ਹੋਣਗੇ, ਮਨ ਦਾ ਨਿਰਮਲ ਹੋਣਾ, ਵਿਚਾਰ ਸ਼ੁੱਧ ਹੋ ਜਾਣੇ। ਚੰਗੀ ਵਿਵੇਕ ਬੁੱਧ ਮਿਲ ਗਈ, ਜਿਹਦਾ ਅਰਥ ਹੈ ਚੰਗਾ ਨਿਰਣਾ ਕਰਾਂਗੇ ਆਪਾਂ, ਮਾੜਾ ਨਿਰਣਾ ਨਹੀਂ ਕਰੇਗਾ ਰੱਬ ਦਾ ਪਿਆਰਾ, ਉੱਥੇ ਨਿਰਣਾ ਚੰਗਾ ਹੋਏਗਾ। ਚਿੱਤ ਉਹਦੀ ਯਾਦ ਵਿੱਚ ਚੰਗਾ ਆਏਗਾ, ਮਾੜਾ ਨਹੀਂ ਆਏਗਾ ਉਹਦੀ ਯਾਦ ਵਿੱਚ। ਉਹ ਜਿਵੇਂ ਕੂੜਾ ਕਰਕਟ ਆਪਾਂ ਸਟੋਰ ਨਹੀਂ ਕਰਦੇ, ਸੁੱਟ ਦਿੰਦੇ, ਪਤਾ ਹੈ ਵੀ ਵਿਅਰਥ ਹੈ, ਇਹਦੇ 'ਚੋਂ ਕੀ ਲੱਭਾਂਗੇ ਆਪਾਂ ਰੱਖਿਆ ਉਹੀ ਹੈ ਸੰਭਾਲ ਕੇ, ਜਿਹੜਾ ਕੀਮਤੀ ਹੈ, ਲੋਕਰਾਂ 'ਚ ਉਹੀ ਪਿਆ। ਤੇ ਬਾਹਰੀ ਲੋਕਰਾਂ 'ਚ ਸਾਡੇ ਧਨ ਹੀਰੇ ਪਏ ਨੇ, ਤੇ ਅੰਦਰ ਦੀ ਯਾਦ ਵਿੱਚ ਅਸੀਂ ਈਰਖਾ ਪਾਲ ਕੇ ਬੈਠੇ। ਦੁਨੀਆ ਦਾ ਕੂੜਾ ਇਕੱਠਾ ਕੀਤਾ ਹੋਇਆ, ਫਲਾਣੇ ਨੇ ਫਲਾਣੇ ਦਿਨ ਆਹ ਗੱਲ ਕਹੀ ਸੀ, ਉਹਨੇ ਆਹ ਮੇਰੇ ਨਾਲ ਕੀਤਾ ਸੀ। ਬਾਹਰੀ ਅਸੀਂ ਸਟੋਰ ਕਰਦੇ ਹਾਂ ਕੀਮਤੀ ਚੀਜ਼ਾਂ, ਫਿਰ ਅੰਦਰ ਵੀ ਕੀਮਤੀ ਚੀਜ਼ਾਂ ਹੀ ਸਟੋਰ ਚਾਹੀਦੀਆਂ ਨੇ, ਉਹਦੇ ਗੁਣ, ਯਾਦ। ਤੇ ਮੇਰੇ ਸਤਿਗੁਰ ਕਹਿੰਦੇ, ਜਿੱਥੇ ਕਲਾ ਵਰਦੀ ਹੈ ਸਿਮਰਨ ਵਿੱਚੋਂ, ਮਨ ਦੇ ਵਿਚਾਰ ਨਿਰਮਲ ਹੋ ਗਏ, ਬੁੱਧ ਦਾ ਨਿਰਣਾ ਚੰਗਾ ਹੋ ਗਿਆ, ਚਿੱਤ ਦੀ ਯਾਦ ਚੰਗੀ ਹੁੰਦੀ ਹੈ। ਉਹ ਮਾੜਾ ਨਹੀਂ ਯਾਦ ਰੱਖਦਾ, ਉਹਨੇ ਪਰਉਪਕਾਰ ਜ਼ਰੂਰ ਯਾਦ ਰੱਖੇ ਵਾਹਿਗੁਰੂ ਦੇ। ਫਿਰ ਉਹਦੇ ਅੰਦਰ ਅਹੰਗ ਹੈ ਜਿਹੜੀ, ਇੱਕ ਹੁੰਦੀ ਹੈ ਅਨਾਤਮ ਦੀ ਮੈਂ, ਇੱਕ ਹੁੰਦੀ ਹੈ ਆਤਮ ਦੀ ਮੈਂ ਮਾੜੀ ਨਹੀਂ। ਮੈਂ ਤੇ ਸਤਿਗੁਰਾਂ ਨੇ ਵੀ ਸ਼ਬਦ ਵਰਤੇ ਹੈ ਬੜੀ ਵਾਰ ਬਾਣੀ 'ਚ, ਮੈਂ ਸ਼ਬਦ ਆਇਆ, ਗੁਰੂਆਂ ਨੇ, ਭਗਤਾਂ ਨੇ ਵਰਤੇ। ਪਰ ਇੱਕ ਮੈਂ ਹੁੰਦੀ ਹੈ ਅਨਾਤਮ ਦੀ, ਬਾਹਰੀ ਚੀਜ਼ਾਂ 'ਚੋਂ ਮੈਂ ਜਿਹੜੀ ਪੈਦਾ ਹੋਈ ਉਹ ਮੈਲੀ ਹੈ। ਜਿਹੜੀ ਆਪਣੇ ਅਸਲੇ ਦੇ ਅਹਿਸਾਸ ਵਿੱਚੋਂ ਮੈਂ ਆਈ ਹੈ, ਬੜੀ ਨਿਰਮਲ ਹੁੰਦੀ ਹੈ। ਉਹਨੂੰ ਕਹਿੰਦੇ ਨੇ ਅਨਾਤਮ ਦੀ ਮੈਂ ਤੇ ਇੱਕ ਆਤਮ ਦੀ ਮੈਂ। ਤੇ ਰੱਬ ਦੇ ਪਿਆਰਿਆਂ ਦੇ ਅੰਦਰ ਅਨਾਤਮ ਦੀ ਮੈਂ ਨਹੀਂ ਹੁੰਦੀ, ਆਤਮ ਦੀ ਮੈਂ ਹੁੰਦੀ ਹੈ। ਉਹਦਾ ਜ਼ਿਕਰ ਉਹਨਾਂ ਨੇ ਕੀਤਾ। ਤੋ ਸਾਹਿਬ ਆਖਦੇ ਨੇ ਉੱਥੇ ਫਿਰ ਜਿੱਥੇ ਰੱਬੀ ਯਾਦ ਹੈ ਜੀਵਨ ਦੇ ਅੰਦਰ, ਪ੍ਰਭ ਕੈ ਸਿਮਰਨ, ਮਾਲਿਕ ਦੀ ਯਾਦ ਵਿੱਚ ਕਬਹੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ ਡੋਲਤ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਜਿਹਦੀ ਆਪਾਂ ਗੱਲ ਕਰ ਰਹੇ ਸਾਂ। ਹਿਰਦੇ ਦਾ ਕਮਲ ਖਿੜ ਜਾਂਦਾ ਹੈ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਇਹਨੂੰ ਆਪਾਂ ਝੁਣਕਾਰ ਕਹਿ ਦਿੰਦੇ। ਨੰਨੇ ਨੂੰ ਆਪਾਂ ਨਾਣਾ ਬਣਾ ਦਿੰਦੇ ਹਾਂ,
ਕੱਕੇ ਨੂੰ ਘੱਗਾ ਬਣਾ ਦਿੰਦੇ ਬਹੁਤ ਵਾਰ, ਆਪਾਂ ਚੁਣਕਾਰ ਕਹਿ ਦਿੰਦੇ, ਪਰ ਇਹਦਾ ਅਰਥ ਹੈ ਚੁਨਕਾਰ। ਚੁਨਕਾਰ ਦਾ ਅਰਥ ਹੈ ਉਹ ਆਵਾਜ਼ ਜਿਹੜੀ ਇੱਕ ਰਸ ਲਗਾਤਾਰ ਚੱਲ ਰਹੀ ਹੋਏ। ਕਾਰ ਦਾ ਅਰਥ ਹੁੰਦਾ ਨਿਰੰਤਰਤਾ। ਤੋ ਜ਼ਿੰਦਗੀ 'ਚ ਐਸੀ ਖੁਸ਼ੀ ਖੇੜੇ ਦੀ ਰੌਂ ਚੱਲਦੀ ਹੈ ਰੱਬੀ ਯਾਦ ਦੀ, ਜਿਹੜੀ ਨਿਰੰਤਰ ਹੈ।